ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਜਦੋਂ ਅਸੀਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਪੜ੍ਹਦੇ ਹਾਂ ਪੋਲੀਟੀਕਲ ਸਾਇੰਸ, ਉਦੋਂ ਕਿਹਾ ਜਾਂਦਾ ਹੈ ਕਿ ਹਰ ਇੱਕ ਪਾਰਟੀ ਦੀ ਇੱਕ ਵਿਚਾਰਧਾਰਾ ਹੁੰਦੀ ਹੈ ਤੇ ਵਿਚਾਰਧਾਰਾਵਾਂ ਨਾਲ ਪਾਰਟੀ ਚੱਲਦੀ ਹੈ, ਆਈਡੀਓਲੋਜੀ ਨਾਲ ਪਾਰਟੀ ਚੱਲਦੀ ਹੈ। ਕੋਈ ਨਾ ਕੋਈ ਉਹਨਾਂ ਦਾ ਮੰਤਵ ਹੁੰਦਾ ਹੈ, ਕੋਈ ਵਿਚਾਰਧਾਰਾ ਹੁੰਦੀ ਹੈ। ਪਰ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਵਿਚਾਰਧਾਰਾ ਤਾਂ ਬਿਲਕੁਲ ਹੀ ਮਨਫੀ ਹੁੰਦੀ ਨਜ਼ਰ ਆਉਂਦੀ ਹੈ। ਜਿਹੜਾ ਬੰਦਾ ਇੱਧਰ ਸੀਐਮ ਤੇ ਅਗਲੇ ਪਲ ਉਹ ਦੂਜੀ ਪਾਰਟੀ 'ਚ ਚਲੇ ਜਾਂਦਾ ਹੈ। ਕਾਂਗਰਸ ਦੇ ਪ੍ਰਧਾਨ ਰਹੇ ਸੁਨੀਲ ਜਾਖੜ ਸਾਹਿਬ, ਕੈਪਟਨ ਸਾਹਿਬ ਦੇ ਮਗਰ ਭਾਰਤੀ ਜਨਤਾ ਪਾਰਟੀ ਚਲੇ ਗਏ। ਕੈਪਟਨ ਸਾਹਿਬ ਦੇ ਕਿੰਨੇ ਹੀ ਮੰਤਰੀ ਭਾਰਤੀ ਜਨਤਾ ਪਾਰਟੀ ਚਲੇ ਗਏ। ਕਿੱਥੇ ਹੈ ਕਾਂਗਰਸ ਦੀ ਜਿਹੜੀ ਸੈਕੂਲਰ ਆਈਡੀਓਲੋਜੀ ਹੈ? ਪਤਾ ਨਹੀਂ, ਕੋਈ ਆਈਡੀਓਲੋਜੀ ਦੀ ਗੱਲ ਨਹੀਂ ਹੋ ਰਹੀ। ਤੇ ਇਸੇ ਤਰੀਕੇ ਨਾਲ ਸਿਰਫ ਤੇ ਸਿਰਫ ਮਾੜਾ ਮੋਟਾ, ਇਹ ਨਹੀਂ ਮੈਂ ਕਹਿੰਦਾ ਕਿ ਸਾਰੇ ਇਹੋ ਜਿਹੇ ਨੇ, ਪਰ ਜੇ ਥੋੜਾ ਬਹੁਤਾ ਡਿਫੈਕਸ਼ਨ ਨਹੀਂ ਹੋ ਰਹੀ ਆਈਡੀਓਲੋਜੀ ਦੇ ਮਾਮਲੇ 'ਚ, ਉਹ ਖੱਬੇ ਪੱਖੀਆਂ ਦੇ ਵਿੱਚ ਹਾਲੇ ਹੈ। ਵਿਚਾਰਧਾਰਾ ਦੀ ਗੱਲ ਜਿਹੜੀ ਨਜ਼ਰ ਆਉਂਦੀ ਹੈ, ਕਾਂਗਰਸ, ਅਕਾਲੀ ਔਰ ਭਾਰਤੀ ਜਨਤਾ ਪਾਰਟੀ ਔਰ ਬਾਕੀ ਜਿਹੜੀਆਂ ਰੀਜਨਲ ਪਾਰਟੀਆਂ, ਉਹਨਾਂ ਦੇ ਵਿੱਚ ਤਾਂ ਕੁਰਸੀ ਹੀ ਵਿਚਾਰਧਾਰਾ ਹੈ। ਲੱਗ ਰਿਹਾ ਪਾਵਰ ਹੀ ਵਿਚਾਰਧਾਰਾ ਹੈ। ਜਿੱਥੋਂ ਪਾਵਰ ਮਿਲਦੀ ਹੈ ਉਸ ਪਾਸੇ ਨੂੰ ਲੋਕ ਜਾ ਰਹੇ ਨੇ। ਤੇ ਇਹਦਾ ਮਤਲਬ ਵਿਚਾਰ ਜਿਹੜੇ ਨੇ, ਵਿਚਾਰਧਾਰਾ ਉਹ ਨੰਬਰ 2 ਹੋ ਗਈ, ਨੰਬਰ 2 ਤੇ ਆ ਗਈ। ਪਹਿਲਾਂ ਚੇਅਰ ਆ ਗਈ, ਕੁਰਸੀ ਆ ਗਈ। ਫਿਰ ਕੱਲੀ ਵਿਚਾਰਧਾਰਾ ਦਾ ਰੌਲਾ ਹੁੰਦਾ ਤਾਂ ਵੀ ਸਰ, ਫਿਰ ਰਾਜਨੀਤਿਕ ਤਕਰਾਰ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਈ। ਇੱਕ ਤਾਂ ਤਕਰਾਰ ਹੁੰਦੀ ਹੈ ਜਿਹੜੀ ਦਲੀਲਾਂ ਦੇ ਨਾਲ, ਤਰਕ ਦੇ ਨਾਲ, ਕਿ ਤੁਸੀਂ, ਤੁਹਾਡੇ ਵੇਲੇ ਇੰਨਾ ਜਿਹੜਾ ਹੈ ਕਰਜ਼ਾ ਚੜ ਗਿਆ ਸੂਬੇ ਦੇ ਸਿਰ, ਤੁਸੀਂ ਆਹ ਕਿਹਾ ਸੀ, ਆਹ ਨਹੀਂ ਕੀਤਾ, ਤੁਸੀਂ ਇੰਨਾ ਖਰਚਾ ਵਾਧੂ ਕੀਤਾ, ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਠੀਕ ਨਹੀਂ, ਲੋਕ ਭੁੱਖੇ ਮਰ ਰਹੇ ਨੇ, ਤੁਸੀਂ 2 ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀ, ਨਹੀਂ ਮਿਲੀਆਂ। ਇਹ ਜਿਹੜਾ ਹੈ ਤੁਸੀਂ ਕੱਲੇ ਕੱਲੇ ਮੈਨੀਫੈਸਟੋ ਲੈ ਕੇ ਜਦੋਂ ਗੱਲ ਕਰਦੇ ਹੋ ਤਾਂ ਥੋੜਾ ਮੰਨਿਆ ਜਾਂਦਾ ਕਿ ਤਰਕ ਨਾਲ ਗੱਲ ਹੁੰਦੀ ਹੈ। ਪਰ ਹੋ ਕੀ ਰਿਹਾ? ਤਕਰਾਰ ਕਿਵੇਂ ਹੋ ਰਹੀ ਹੈ ਕਿ ਤੂੰ ਮੈਨੂੰ ਪਾਗਲ ਕਿਹਾ, ਕੋਈ ਦਲੀਲ ਨਹੀਂ। ਮੋਦੀ ਸਾਹਿਬ ਕਹਿੰਦੇ ਕਰਨਾਟਕਾ 'ਚ ਇਹਨਾਂ ਨੇ ਮੈਨੂੰ 90 ਗਾਲਾਂ ਕੱਢੀਆਂ, ਤੇ ਉਹ ਕਹਿੰਦੇ ਜਿਹੜੀ 90 ਜਿਹੜੀਆਂ ਤੁਹਾਨੂੰ ਗਾਲਾਂ ਕੱਢੀਆਂ, ਤੁਸੀਂ ਇਹ ਤਾਂ ਗਿਣ ਲਈਆਂ, ਤੁਸੀਂ ਜਿਹੜੇ ਵਾਅਦਾ ਪੂਰੇ ਕੀਤੇ ਸੀ ਉਹ ਕਿੱਥੇ ਨੇ? ਹੈ ਨਾ ਗੱਲ। ਮਤਲਬ ਕਿ ਗਾਲਾਂ ਉੱਪਰ ਤੋਂ। ਮਾਨ ਸਾਹਿਬ ਕਹਿੰਦੇ ਜਲੰਧਰ ਦੇ ਵਿੱਚ 3 ਪਾਰਟੀਆਂ ਰਲ ਕੇ ਮੈਨੂੰ ਗਾਲਾਂ ਕੱਢਦੀਆਂ ਨੇ, ਗਾਲਾਂ ਦੀ ਗੱਲ। ਮਾਨ ਸਾਹਿਬ ਨੇ ਇੱਕ ਵਾਰ ਨਹੀਂ, ਕਈ ਵਾਰੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਹੈ, ਛੱਡੋ ਜੀ, ਉਹ ਮੇਰੇ ਕੋਲ ਰਿਕਾਰਡਿੰਗ ਪਈ ਹੈ, ਇਹ ਤਾਂ ਮੰਦਬੁੱਧੀ ਹੈ। ਤੇ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਜੀ ਇਹ ਜਿਹੜਾ ਪਹਿਲਾਂ ਸਾਹਬ ਲਾਤਾ ਉਹਨਾਂ ਦਾ, ਜਿਹੜਾ ਮੈਂ ਟਵੀਟ ਦੇਖ ਰਿਹਾ ਸੀ, ਤੇ ਕਮਲਾ ਜਿਹਾ ਕਹਿਤਾ, ਤੇ ਫਿਰ ਗਾਲੋਂ ਗਲਾਏ, ਫਿਰ ਤਕਰਾਰ। ਇਹ ਜਿਹੜਾ ਤਕਰਾਰ ਦੀ ਰਾਜਨੀਤੀ ਹੈ, ਜਾਂ ਦਲੀਲ ਦੀ ਬਜਾਏ ਗਾਲਾਂ ਦੀ ਰਾਜਨੀਤੀ ਤੇ ਆ ਗਏ, ਜਾਂ ਅਸੀਂ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ, ਇਹ ਇੱਕ ਆਪਣੇ ਆਪ 'ਚ ਬਹੁਤ ਅਹਿਮ ਵਿਸ਼ਾ ਹੈ। ਬਹੁਤ ਵਾਰ ਹੋਇਆ ਹੈ। ਇਸ ਪ੍ਰੋਗਰਾਮ 'ਚ ਵੀ ਮੈਂ ਤੁਹਾਨੂੰ ਦੱਸਿਆ ਸੀ, ਭਾਰਤੀ ਜਨਤਾ ਪਾਰਟੀ ਦੇ ਇੱਕ ਨੁਮਾਇੰਦੇ ਨੇ ਗਾਲ ਕੱਢਤੀ ਸੀ। ਹਾਲਾਂਕਿ ਉਸ ਤੋਂ ਬਾਅਦ ਫੋਨ ਕਰਕੇ ਮੈਨੂੰ ਕਿਹਾ ਉਹਨਾਂ ਨੇ, ਕਹਿੰਦੇ ਮੈਨੂੰ ਗੁੱਸਾ ਆ ਗਿਆ ਸੀ, ਉਹ ਬੰਦਾ ਮੇਰੇ ਤੇ ਨਿੱਜੀ ਹਮਲੇ ਕਰਦਾ ਸੀ। ਅੱਜ ਵੀ ਮੈਂ ਦੇਖ ਰਿਹਾ ਸੀ ਇੱਕ ਡਿਬੇਟ ਦੇ ਵਿੱਚ ਇੱਕ ਦੂਜੇ ਤੇ ਜਿਹੜਾ ਹੈ, ਬਸ ਸਮਝੋ ਵੀ ਜੇ ਕਿਤੇ ਸਟੂਡੀਓ 'ਚ ਹੁੰਦੇ ਤਾਂ ਪਾਕਿਸਤਾਨ ਦੇ ਜਿਵੇਂ ਕੁੱਟ-ਕਟਈਆ ਅਕਸਰ ਦੇਖਦੇ ਆ ਉੱਥੇ ਦੀ ਡਿਬੇਟ 'ਚ, ਉਵੇਂ ਇੱਥੇ ਵੀ ਹੋ ਜਾਣਾ ਸੀ। ਇਹ ਜਿਸ ਕਿਸਮ ਦੀ ਲੜਾਈ ਚੱਲਦੀ ਹੈ, ਕਿਤੇ ਜਾਣਬੁੱਝ ਕੇ ਮੁੱਦੇ ਗਾਇਬ ਕਰਨ ਵਾਲੀ ਕਹਾਣੀ ਤਾਂ ਨਹੀਂ ਹੈ। ਕੀ ਹੈ ਇਹਦੇ ਪਿੱਛੇ? ਕਿਉਂ ਅਸੀਂ ਤਕਰਾਰ ਨੂੰ ਜ਼ਿਆਦਾ ਜ਼ੋਰ ਦਿੰਦੇ ਹਾਂ, ਗਾਲਾਂ ਨੂੰ ਜ਼ਿਆਦਾ ਜ਼ੋਰ ਦਿੰਦੇ ਹਾਂ? ਜਿਹੜੀ ਨੈਤਿਕਤਾ ਔਰ ਜਿਹੜੀ ਇੱਕ ਸਪਿਸਟੀਕੇਸ਼ਨ ਹੈ, ਉਹ ਮਨਫੀ ਹੁੰਦੀ ਜਾ ਰਹੀ ਹੈ। ਉੱਚੀ ਬੋਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਠੀਕ ਹੁੰਦੇ ਹੋ। ਇੱਥੇ ਉੱਚੀ ਬੋਲਿਆ ਜਾ ਰਿਹਾ ਹੈ। ਤੇ ਬਹੁਤ ਵਾਰ, ਮੈਂ ਇਹ ਨਹੀਂ ਕਹਿੰਦਾ, ਬਹੁਤ ਸਾਰੇ ਐਂਕਰ ਵੀ ਇਹੋ ਜਿਹੇ ਨੇ ਜਿਹੜੇ ਐਂਗਲ ਜਰਨਲਿਜ਼ਮ ਕਰਦੇ ਨੇ, ਜਿਹੜੇ ਇੱਕ ਖਾਸ ਨਜ਼ਰੀਏ ਤੋਂ ਗੱਲ ਕਰਦੇ ਨੇ, ਮਾਰ ਮਾਰ ਕੇ ਮੇਜ਼ ਤੇ। ਉਹ ਉੱਚੀ ਉੱਚੀ, ਅਸੀਂ ਕੋਵਿਡ ਦੇ ਦੌਰਾਨ ਦੇਖਿਆ
ਖਾਸ ਤਬਕੇ ਦੇ ਲੋਕਾਂ ਨੂੰ ਜਿਵੇਂ ਉਹ ਪੈਂਦੇ ਸੀ, ਤੇ ਉਦੋਂ ਮੈਂ ਕਿਹਾ ਸੀ ਇੱਕ ਨਵੀਂ ਕਿਸਮ ਦਾ ਜਰਨਲਿਜ਼ਮ ਸ਼ੁਰੂ ਹੋ ਗਿਆ ਜਿਹਨੂੰ ਵਾਰਕਿੰਗ ਜਰਨਲਿਜ਼ਮ ਕਹਿੰਦੇ ਆ। ਇਹ ਸਾਰਾ ਕੁਝ ਇਕੱਲਾ ਪੋਲਿਟਿਕਸ ਨਹੀਂ, ਮੀਡੀਆ 'ਚ ਵੀ ਇਹ ਕੰਮ ਚੱਲ ਪਿਆ। ਝੂਠ ਤਪਾਨ ਮੀਡੀਆ 'ਚ ਵੀ ਉਵੇਂ ਚੱਲ ਪਿਆ ਜਿਵੇਂ ਇੱਕ ਦੂਜੇ ਨੂੰ ਸਿਆਸੀ ਲੋਕ ਕਹਿੰਦੇ ਨੇ। ਅਸੀਂ ਜਾ ਕਿੱਧਰ ਵੱਲ ਰਹੇ ਹਾਂ, ਇਹ ਤੇ ਅੱਜ ਕਰਦੇ ਹਾਂ ਚਰਚਾ। ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਨੇ, ਤਿੰਨ ਤਾਂ ਪੋਲੀਟੀਕਲ ਪਾਰਟੀਆਂ ਤੋਂ ਸਾਡੇ ਕੋਲ ਮਹਿਮਾਨ ਨੇ। ਇੱਕ ਤਾਂ ਸਾਡੇ ਕੋਲ ਜਿਹੜੇ ਜਸਵਿੰਦਰ ਸਿੰਘ ਸੀਖਾਂਵਾਲਾ ਨੇ, ਉਹ ਸ਼ਾਮਲ ਨੇ ਕਾਂਗਰਸ ਪਾਰਟੀ ਤੋਂ। ਸੰਜੇ ਕਪੂਰ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ। ਸਨੀ ਆਹਲੂਵਾਲੀਆ ਸਾਹਿਬ ਨੇ ਆਮ ਆਦਮੀ ਪਾਰਟੀ ਵੱਲੋਂ। ਮੈਂ ਤੁਹਾਨੂੰ ਇੱਥੇ ਦੱਸ ਦੇਵਾਂ, ਕਿਉਂਕਿ ਸੁਖਬੀਰ ਬਾਦਲ ਦੇ ਹਵਾਲੇ ਨਾਲ ਗੱਲ ਕਰ ਰਿਹਾ ਸੀ ਮੈਂ, ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਨੁਮਾਇੰਦਾ ਨਹੀਂ ਭੇਜਿਆ, ਕਾਰਨ ਉਹੀ ਜਾਣਦੇ ਨੇ, ਲੇਕਿਨ ਉਹਨਾਂ ਦੇ ਬੁਲਾਉਣ ਦੇ ਬਾਵਜੂਦ ਨਹੀਂ ਆਇਆ। ਸਾਡੇ ਕੋਲ ਦੋ ਨਿਰਪੱਖ ਟਿੱਪਣੀਕਾਰ ਨੇ, ਐਡਵੋਕੇਟ ਉਪਜੀਤ ਸਿੰਘ ਬਰਾੜ ਸਾਹਿਬ ਨੇ, ਚਿੰਤਕ ਨੇ, ਔਰ ਐਡਵੋਕੇਟ ਤਾਂ ਹੈ ਹੀ, ਉਹ ਸਾਡੇ ਨਾਲ ਨੇ। ਨਾਲ ਸਾਡੇ ਸੀਨੀਅਰ ਪੱਤਰਕਾਰ ਨੇ ਪ੍ਰਮੋਦ ਛਾਬੜਾ ਸ਼ਾਮਲ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਸਾਰਿਆਂ ਦਾ। ਸੋ ਗੱਲ ਸ਼ੁਰੂ ਕਰਦੇ ਹਾਂ। ਸਨੀ ਆਹਲੂਵਾਲੀਆ ਜੀ, ਤੁਹਾਡੇ ਤੋਂ ਮਾਨ ਸਾਹਿਬ ਦੇ ਟਵੀਟ ਤੋਂ ਇਹ ਸਮਝੋ ਡਿਬੇਟ ਨਿਕਲੀ ਹੈ। ਹਾਲਾਂਕਿ ਲਗਾਤਾਰ ਇਹ ਕੰਮ ਚੱਲਦਾ ਰਿਹਾ ਤੇ ਸ਼ਬਦਾਂ ਦੀ ਮਰਿਆਦਾ ਜਿਹੜੀ ਭੁੱਲਦੇ ਜਾ ਰਹੇ ਨੇ ਲੋਕ। ਕਿਵੇਂ ਲੱਗਦਾ ਤੁਹਾਨੂੰ ਸਾਹਿਬ ਕਿ ਇੱਕ ਮੁੱਖ ਮੰਤਰੀ ਬਾਰੇ ਇਹ ਕਹਿ ਦੇਣਾ ਕਿ ਉਹ ਤਾਂ ਪਾਗਲ ਹੈ, ਇਹੋ ਜਿਹੇ ਲਫ਼ਜ਼ ਮੈਂ ਸਮਝਦਾ ਕਿ ਪੋਲੀਟੀਕਲ ਲੀਡਰਸ ਨੂੰ ਇਸਤੇਮਾਲ ਨਹੀਂ ਕਰਨੇ ਚਾਹੀਦੇ। ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਉਹਨਾਂ ਨੂੰ ਪੰਜਾਬ 'ਚ ਨਹੀਂ ਪੂਰੇ ਦੇਸ਼ 'ਚ, ਰਾਦਰ ਮੈਂ ਕਹਾਂਗਾ ਪੂਰੇ ਵਰਲਡ 'ਚ ਪਿਆਰ ਕੀਤਾ ਜਾ ਰਿਹਾ, ਮਾਨ ਸਨਮਾਨ ਦਿੱਤਾ ਜਾ ਰਿਹਾ। ਜਿੱਥੇ ਵੀ ਜਾਂਦੇ ਲੱਖੋਂ ਕਰੋੜੋਂ ਲੋਕੀ ਉਹਨਾਂ ਨੂੰ ਸੁਣਨ ਆਉਂਦੇ ਨੇ। ਤੇ ਉਹਨਾਂ ਲਈ ਕੀ, ਉਹਨਾਂ ਦੇ ਅੰਦਰ ਖਾਸੀਅਤ ਕੀ ਹੈ? ਉਹ ਇੱਕ ਇਹੋ ਜਿਹਾ ਮੁੱਖ ਮੰਤਰੀ ਨੇ ਜਿਹੜੇ ਆਪਣੇ ਲਈ ਕੋਈ ਕੁਝ ਨਹੀਂ ਬਣਾ ਰਹੇ। ਉਹ ਕੱਲਾ ਨਾ ਕੋਈ ਮਾਫੀਆ ਚਲਾ ਰਹੇ ਨੇ, ਨਾ ਉਹਨਾਂ ਦੀ ਬੱਸਾਂ ਬਣਾਉਣ ਦੀ ਉਹ ਹੈਗੀ ਹੈ ਮਨਸ਼ਾ, ਨਾ ਉਹਨਾਂ ਦੇ ਹੋਟਲ ਬਣਾਉਣ ਦੀ ਮਨਸ਼ਾ। ਉੱਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਤੇ ਲੱਗੇ ਹੋਏ ਨੇ। ਬੇਸ਼ੱਕ ਇਨਵੈਸਟ ਪੰਜਾਬ ਦੀ ਆਪਾਂ ਗੱਲ ਕਰ ਲਈਏ, ਦੂਰ ਦੂਰ ਜਾ ਕੇ ਹਰ ਇੱਕ ਸਟੇਟ 'ਚ ਜਾ ਕੇ, ਦੇਸ਼ ਵਿਦੇਸ਼ 'ਚ ਜਾ ਕੇ ਕਹਿਣਾ ਕਿ ਵੀ ਪੰਜਾਬ ਦੇ ਅੰਦਰ ਇੰਡਸਟਰੀ ਲੈ ਕੇ ਆਓ। ਬਾਰ-ਬਾਰ ਜਾ ਕੇ ਕਹਿਣਾ ਕਿ ਕਰਪਸ਼ਨ ਦੇ ਅਗੇਂਸਟ, ਜਿਹੜੀ ਅੱਜ ਤੱਕ ਕਿਸੇ ਨੇ ਨਹੀਂ ਕੀਤੀ, ਕਰਪਸ਼ਨ ਦੇ ਅਗੇਂਸਟ ਇੰਨੀ ਵੱਡੀ ਲੜਾਈ ਖੋਲਦੇ ਨਹੀਂ। ਫਿਰ ਗੈਂਗਸਟਰ ਫੋਰਸ ਦੇ ਅੰਦਰ ਲੜਾਈ ਖੋਲਦੇ ਨਹੀਂ। ਇਹ ਇੱਕ ਇਹੋ ਜਿਹਾ ਮੁੱਖ ਮੰਤਰੀ ਦਾ ਐਗਜ਼ਾਮਪਲ ਬਣ ਕੇ ਅੱਗੇ ਆ ਰਹੇ ਨੇ ਕਿ ਜਿਨ੍ਹਾਂ ਨੂੰ ਆਪੋਜੀਸ਼ਨ ਨੂੰ ਵੀ ਇਹ ਕਹਿਣਾ ਚਾਹੀਦਾ ਵੀ ਇਹ ਮੁੱਖ ਮੰਤਰੀ ਇਮਾਨਦਾਰ ਹੈ ਤੇ ਸਾਰਿਆਂ ਦੇ ਭਲੇ ਦੀ ਗੱਲਾਂ ਕਰ ਰਿਹਾ। ਪਰ ਅੱਜ ਡਿਬੇਟ ਕੀ ਚੱਲ ਪਈ? ਡਿਬੇਟ ਇਹ ਚੱਲ ਪਈ ਵੀ ਉਹਨਾਂ ਦੇ ਅਗੇਂਸਟ ਬੋਲਣ ਨੂੰ ਤਾਂ ਕੁਝ ਹੈ ਨਹੀਂ। ਕਦੀ ਕਹਿੰਦੇ ਵੀ ਇਹਨੇ ਦੂਜਾ ਵਿਆਹ ਕਿਹਾ, ਕਦੀ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲੇ ਬੰਦੇ ਏਦਾਂ ਨੇ, ਕਦੀ ਕਹਿੰਦੇ ਨੇ ਵੀ ਨਹੀਂ ਜੀ ਇਹ ਪਾਗਲ ਨੇ। ਇਹ ਗੱਲਾਂ ਮੈਂ ਸਮਝਦਾ ਕਿ ਸੁਖਬੀਰ ਬਾਦਲ ਜੀ ਦੀ ਫਰਸਟ੍ਰੇਸ਼ਨ ਹੈ ਜਾਂ ਉਹਨਾਂ ਦੀ ਜੋ ਵੀ ਪਰਸਨਲ ਉਹ ਹੈਗੀ ਹੈ। ਪਰ ਏਦਾਂ ਦੇ ਮੁੱਖ ਮੰਤਰੀ ਦੇ ਉੱਤੇ ਅਟੈਕ ਕਰਨ ਤੋਂ ਅਵੋਇਡ ਕਰਨਾ ਚਾਹੀਦਾ। ਰਾਦਰ ਸਾਰੇ ਲੀਡਰਸ਼ਿਪ ਨੂੰ ਇਹੋ ਜਿਹੀ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹੜੀ ਕਿ ਡਾਇਰੈਕਟਲੀ ਜਾਂ ਪਰਸਨਲੀ ਆਪਾਂ ਕਿਸੇ ਦੇ ਉੱਤੇ ਅਟੈਕ ਕਰਦੇ। ਅੱਜ ਮੁੱਦਾ ਤੁਸੀਂ ਬੜਾ ਵਧੀਆ ਚੱਕਿਆ। ਵਧੀਆ ਇਸ ਲਈ ਚੱਕਿਆ ਕਿ ਤੁਸੀਂ ਪੋਲੀਟੀਕਲ ਸਾਇੰਸ ਦੀ ਵੀ ਗੱਲ ਕੀਤੀ। ਤੁਸੀਂ ਕਿਹਾ ਡਿਸਕਸ਼ਨ ਇਹ ਹੋਣੀ ਚਾਹੀਦੀ ਹੈ ਕਿ ਮੁੱਦੇ ਕੀ ਹੋਣੇ ਚਾਹੀਦੇ, ਐਜੂਕੇਸ਼ਨ ਦੀ ਗੱਲ ਹੋਣੀ ਚਾਹੀਦੀ ਹੈ, ਹੈਲਥ ਦੀ ਹੋਣੀ ਚਾਹੀਦੀ ਹੈ। ਜਿਹੜੀ ਗਰੰਟੀਆਂ ਦਿੱਤੀਆਂ ਉਹਦੇ ਉੱਤੇ ਤੁਸੀਂ ਸਾਨੂੰ ਇਹ ਪੁੱਛੋ ਕਿ ਤੁਸੀਂ ਕਿਹਾ ਸੀਗਾ ਕਿ ਇੰਨੀ ਇੰਪਲੋਇਮੈਂਟ ਦਾਂਗੇ, ਇੰਪਲੋਇਮੈਂਟ ਕਿੱਥੇ? ਸਾਨੂੰ ਖੁਸ਼ੀ ਹੋਏਗੀ ਜਵਾਬ ਦੇ। ਤੁਸੀਂ ਇਹੀ ਕਹਿ ਦਿਓਗੇ ਕਿ ਇਹ ਤੇ ਪਾਗਲ ਨੇ, ਤੇ ਲੋਕਾਂ ਦੇ ਉੱਤੇ ਕੀ ਮੈਸੇਜ ਜਾਂਦਾ ਹੈ? ਆਪਾਂ ਪੋਲੀਟੀਕਲ ਲੀਡਰਸ ਦਾ ਸਟੈਂਡਰਡ ਇੰਨਾ ਥੱਲੇ ਨਾ ਡਿੱਗੀਏ ਕਿ ਜਿਹਦੇ ਕਰਕੇ ਆਪਸ 'ਚ ਇੰਨੀ ਫ੍ਰਿਕਸ਼ਨ ਆਵੇ। ਔਰ ਡਿਵੈਲਪਮੈਂਟ ਦੀ ਗੱਲ ਛੱਡ ਕੇ ਅੱਜ ਸਾਨੂੰ ਇਹ ਨੌਬਤ ਆ ਗਈ ਹੈ ਕਿ ਅਸੀਂ ਪਰਸਨਲ ਮਾਮਲੇ ਦੇ ਉੱਤੇ ਲੋਕਾਂ ਦੇ ਉੱਤੇ ਡਿਸਕਸ਼ਨ ਕੀ ਚੱਲ ਰਿਹਾ? ਡਿਸਕਸ਼ਨ ਇਹ ਚੱਲ ਰਿਹਾ ਕਿ ਮੁੱਖ ਮੰਤਰੀ ਨੂੰ ਇਹ ਗੱਲ ਕਹੀ, ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ ਪੂਰਾ ਪੰਜਾਬ ਪਿਆਰ ਕਰਦਾ, ਮੈਨੂੰ ਮੇਰੇ ਕੰਮ ਨੂੰ ਲੋਕੀ ਪਸੰਦ ਕਰ ਰਹੇ ਨੇ। ਔਰ ਇਸ 'ਚ ਕੋਈ ਡਾਊਟ ਨਹੀਂ ਹੈਗਾ। ਤੁਸੀਂ ਦੇਖ ਸਕਦੇ ਹੋ ਜੋ ਕੰਮ ਮਾਨ ਸਾਹਿਬ ਕਰ ਰਹੇ ਨੇ ਦਿਨ ਰਾਤ। ਕਾਂਗਰਸ ਦੇ ਜਾਂ ਅਕਾਲੀ ਦਲ ਦੇ ਵੀ ਇਸ ਟਾਈਮ ਤੇ ਹੁੰਦੇ ਜਿਹੜੇ ਮੁੱਖ ਮੰਤਰੀ ਹੁੰਦੇ ਸੀ, 1 ਸਾਲ ਤੋਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀਗਾ, ਪਰ 1 ਸਾਲ ਦੇ ਅੰਦਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀ ਕੰਮ ਕੀਤੇ ਨੇ, ਜਿੰਨਾ ਤੁਸੀਂ ਦੇਖਦੇ ਹੋ ਕਿ ਕਿਸ ਲੈਵਲ ਦੇ ਉੱਤੇ ਲੋਕਾਂ ਦੀ ਗੱਲਾਂ ਅੱਗੇ ਰੱਖ ਰਹੇ ਨੇ। ਕਿਸੇ ਨੇ ਅੱਜ ਤੱਕ ਸੋਚਿਆ ਕਿਉਂ ਨਹੀਂ ਕਿ ਪੋਲੀਟੀਕਲ ਬੰਦਿਆਂ ਦੀ ਜਿਹੜੀ ਪੈਨਸ਼ਨਾਂ ਨੇ ਉਹ 3-3 4-4 ਜਿੱਤੀ ਜਾ ਰਹੀ। ਬਿਲਕੁਲ ਤੁਹਾਡੀ ਜਿਹੜੀ ਡਿਵੈਲਪਮੈਂਟ ਦੀ ਗੱਲ ਹੈ ਤੁਸੀਂ ਅਕਸਰ ਕਰਦੇ ਹੋ, ਲੋਕਾਂ ਨੂੰ ਤੁਸੀਂ ਪਹੁੰਚਾ ਰਹੇ ਹੋ ਗੱਲ ਆਪਣੀ। ਲੇਕਿਨ ਅੱਜ ਜਿਹੜੇ ਅਸੀਂ ਮੁੱਦੇ ਤੇ ਗੱਲ ਕਰ ਰਹੇ ਹਾਂ, ਇਹ ਗੱਲ ਬਿਲਕੁਲ ਠੀਕ ਹੈ। ਇਹ ਵੀ ਇੱਕ ਸਵਾਲ ਹੈ ਪਿਆਰੇ ਦਰਸ਼ਕੋ, ਕੀ ਤਾਲੀ ਇੱਕ ਹੱਥ ਨਾਲ ਵੱਜ ਰਹੀ ਹੈ? ਤੇ ਜੇ ਇਹੀ ਗੱਲ ਆਪਾਂ ਕਹੀਏ ਕਿ ਸੁਖਬੀਰ ਬਾਦਲ ਨੇ, ਇਹ ਅਕਾਲੀਆਂ ਨੇ ਕਹਿਣਾ ਸੀ, ਮੈਂ ਇਸ ਕਰਕੇ ਕਹਿ ਰਿਹਾ ਕਿ ਤੁਹਾਡੇ ਮਨ 'ਚ ਇਹ ਸਵਾਲ ਹੈ ਤਾਂ ਲੈ ਕੇ ਆ ਰਿਹਾ।
ਅਦਰਵਾਈਜ਼ ਮੈਂ ਕੋਈ ਅਕਾਲੀ ਪਾਰਟੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਲੇਕਿਨ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਇਹ ਤਾਂ ਮੰਦਬੁੱਧੀ ਹੈ, ਬਸ ਪੱਥਰ ਮਾਰਨੇ ਰਹਿ ਗਏ। ਇਹ ਜਿਹੜੇ ਦੋਨੇ ਹੱਥਾਂ ਦੀ ਤਾਲੀ ਦੀ ਗੱਲ ਹੈ, ਤਕਰਾਰ ਇੱਕ ਨਾਲ ਨਹੀਂ ਹੁੰਦਾ, ਤਕਰਾਰ ਜਿਹੜੇ ਦੋ ਹੱਥਾਂ ਨਾਲ ਜੋ ਦੋ ਪਾਸੇ ਹੁੰਦਾ ਹੈ। ਹਾਂਜੀ ਸਨੀ ਆਹਲੂਵਾਲੀਆ ਜੀ ਕਰ ਲਓ ਗੱਲ। ਜਿਹੜੇ ਲੋਕੀ ਸਾਰਾ ਮਾਫੀਆ ਚਲਾਉਂਦੇ ਰਹੇ, ਜਿਹੜੇ ਲੋਕੀ ਲੁੱਟ ਕੇ ਪੰਜਾਬ ਦੇ ਪੈਸੇ ਨੂੰ ਆਪਣੀ ਪਰਸਨਲ ਬਿਜ਼ਨਸ ਬਣਾਉਂਦੇ ਰਹੇ, ਅੱਜ ਇਹ ਗੱਲ ਆ ਗਈ ਹੈ ਕਿ ਉਹਨਾਂ ਬਾਰੇ ਆਪਾਂ ਡਿਸਕਸ਼ਨ ਕਰਦੇ ਹਾਂ, ਉਹਨਾਂ ਨਾਲ ਡਿਸਕਸ਼ਨ ਕਰਦੇ ਹਾਂ। ਲੋਕਾਂ ਦੇ ਅੱਗੇ ਇਹ ਤਿੰਨੋਂ ਪੋਲੀਟੀਕਲ ਪਾਰਟੀਆਂ ਐਕਸਪੋਜ਼ ਹੋ ਚੁੱਕੀਆਂ। ਇਹਨਾਂ ਦੇ ਨਾਲ ਤੁਸੀਂ ਜਿਹੜਾ ਸਿਸਟਮ ਦੇਖਦੇ ਹੋ, ਇਹ ਆਪਣੇ ਰਿਸ਼ਤੇਦਾਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਇਹ ਕਿਉਂ ਮਾਫੀਆ ਬਣਦਾ ਕਿਉਂ ਹੈ ਪੰਜਾਬ 'ਚ? ਕਿਉਂਕਿ ਪੋਲੀਟੀਕਲ ਲੀਡਰਸ ਆਪਣੇ ਰਿਸ਼ਤੇਦਾਰ, ਸਾਡਾ ਇੱਕ ਐਮਐਲਏ, ਇੱਕ ਮਿਨਿਸਟਰ, ਇੱਕ ਚੇਅਰਮੈਨ ਜਾਂ ਇੱਕ ਵॉलंटियर ਦੱਸੋ ਜਿਨੇ ਕੋਈ ਵੀ ਮਾਫੀਆ ਚਲਾਇਆ ਪੰਜਾਬ ਦੇ ਅੰਦਰ। ਅਕਾਲੀ ਦਲ ਵਾਲੇ ਚਲੋ ਨਹੀਂ ਬੈਠੇ, ਕਾਂਗਰਸ ਬੀਜੇਪੀ ਵਾਲੇ ਬੈਠੇ ਨੇ, ਹੋਰ ਤੁਸੀਂ ਸਪੈਸ਼ਲਾਈਜ਼ ਬੈਠੇ ਹੋ, ਤੁਸੀਂ ਦੱਸੋ ਕਿਹੜੇ ਸਾਡੇ ਬੰਦੇ ਦੇ ਉੱਤੇ। ਔਰ ਮਾਨ ਸਾਹਿਬ ਦੀ ਖਾਸੀਅਤ ਦੇਖੋ, ਜਿਸ ਦਿਨ ਪਤਾ ਲੱਗਿਆ ਕਿ ਸਾਡੇ ਕਿਸੇ ਮੰਤਰੀ ਨੇ ਕੋਈ ਪਰਸੈਂਟੇਜ ਦੀ ਜਾਂ ਐਮਐਲਏ ਨੇ ਕਿਸੇ ਕਰਪਸ਼ਨ ਦੀ ਗੱਲ ਕੀਤੀ, ਉਹਨਾਂ ਨੂੰ ਆਪਣੇ ਆਪ ਅੰਦਰ ਕਰਤਾ। ਤੇ ਇਹ ਤੇ ਇੱਕ ਐਗਜ਼ਾਮਪਲ ਹੈਗਾ। ਸਾਨੂੰ ਇਹੋ ਜਿਹੇ ਮੁੱਖ ਮੰਤਰੀ ਤਾਂ ਚਾਹੀਦੇ ਨੇ। ਔਰ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਬਾਰ-ਬਾਰ ਇੱਕੋ ਗੱਲ ਕਹਿੰਦੇ ਹੈ ਕਿ ਅਗਰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਵੀ ਪੋਲੀਟੀਕਲ ਲੀਡਰਸ ਅੱਛੇ ਹੈ, ਤੇ ਅਸੀਂ ਤੇ ਆਪਣੇ ਕੰਮ ਕਰ ਰਹੇ ਸੀ, ਅਸੀਂ ਸਾਰੇ ਆਪਣੇ ਕੰਮ ਛੱਡ ਕੇ, ਆਪਣੇ ਹਸਪਤਾਲ ਛੱਡ ਕੇ ਆਏ ਹਾਂ ਲੋਕਾਂ ਦੀ ਸੇਵਾ ਕਰਨ ਲਈ। ਕਿਉਂਕਿ ਤੁਸੀਂ ਲੋਕ ਫੇਲ ਹੋਏ ਹੋ, ਪੋਲੀਟੀਕਲ ਪਾਰਟੀਆਂ ਫੇਲ ਹੋਈਆਂ, ਉਹ ਕੰਮ ਨਹੀਂ ਕਰ ਸਕੀਆਂ। ਅੱਜ ਅਸੀਂ ਗੱਲ ਕਰਦੇ ਹਾਂ ਚੈਨਲਸ ਦੇ ਉੱਤੇ ਡਿਸਕਸ਼ਨ ਚੱਲ ਰਿਹਾ ਹੈ। ਸਭ ਤੋਂ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਕਿਸੇ ਵੀ ਸੁਸਾਇਟੀ, ਚੈਨਲ ਵੀ ਉਨਾ ਹੀ ਇਨਵੋਲਵ ਹੈ। ਔਰ ਚੈਨਲਸ ਦੇ ਉੱਤੇ ਸਾਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਤੁਸੀਂ ਕਿਸੇ ਪਾਰਟਿਕੂਲਰ ਨਿਊਜ਼ਪੇਪਰ ਬਾਰੇ ਮਾਨ ਸਾਹਿਬ ਬੋਲਦੇ ਨੇ, ਅਸੀਂ ਇਹ ਕਹਿੰਦੇ ਆ ਕਿ ਜੇ ਮਾਫੀਆ ਕੋਈ ਵੀ ਚਲਾਏਗਾ, ਉਹ ਜਿਹੜੀ ਮਰਜ਼ੀ ਫੀਲਡ 'ਚ ਹੋਏ, ਸਾਡੀ ਪੋਲੀਟੀਕਲ ਪਾਰਟੀ 'ਚ, ਅਸੀਂ ਉਹਨਾਂ ਨੂੰ ਨਹੀਂ ਛੱਡਾਂਗੇ। ਕਰਪਸ਼ਨ ਫ੍ਰੀ ਪੰਜਾਬ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਦੀ ਡਿਊਟੀ ਹੈ, ਆਮ ਆਦਮੀ ਪਾਰਟੀ ਦੀ ਡਿਊਟੀ। ਦੇਖੋ ਹੁਣ ਬ੍ਰੇਕ ਦਾ ਟਾਈਮ ਹੋ ਗਿਆ, ਇਹ ਆਪਾਂ ਗੱਲਬਾਤ ਜਾਰੀ ਰੱਖਣੀ ਹੈ, ਲੇਕਿਨ ਹੁਣ ਲਵਾਂਗੇ ਇੱਕ ਬ੍ਰੇਕ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਪਿਆਰੇ ਦਰਸ਼ਕੋ, ਇਹ ਸਿਰਫ ਸੁਖਬੀਰ ਬਾਦਲ ਜਾਂ ਮਾਨ ਸਾਹਿਬ ਦੀ ਗੱਲ ਨਹੀਂ, ਇਹ ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਸਾਹਿਬ ਨਾਲ ਵੀ ਗੱਲ ਜੁੜਦੀ ਹੈ। ਉਹ ਤਾਂ ਛੱਡੋ, ਜਿਹੜਾ ਬਾਹਰ ਇੱਕ ਦੂਜੇ ਨੂੰ ਕਹਿਣਾ ਜੀ, ਕਿਸੇ ਨੂੰ ਲੰਬੂ, ਕਿਸੇ ਨੂੰ ਕੁਛ, ਤੇ ਜਦੋਂ ਅੰਦਰ ਗਾਲਾਂ ਤੱਕ ਆ ਗਏ, ਔਰ ਜਿਹੜਾ ਸਿੱਧੂ ਮੂਸੇਵਾਲਾ ਸਟਾਈਲ ਥਾਪੀਆਂ ਵੀ ਮਾਰ ਰਹੇ ਸੀ, ਪੱਟਾਂ ਤੇ ਹੱਥ ਮਾਰ ਰਹੇ ਸੀ, ਆ ਨਿਕਲ, ਇਹ ਵਿਧਾਨ ਸਭਾ 'ਚ ਹੋ ਰਿਹਾ ਸੀ। ਤੇ ਲੋਕ ਕੀ ਸੋਚਦੇ ਹੋਣਗੇ ਕਿ ਇਹਨਾਂ ਦਾ ਮਤਲਬ ਕੀ ਹੈ? ਇੰਟਰਟੇਨ ਕਰਨਾ ਇਹਨੇ ਇੱਥੇ? ਇਹ ਸਾਨੂੰ ਜੂਡੋ ਜਾਂ ਕੋਈ ਇਸ ਤਰ੍ਹਾਂ ਦੀ ਗੇਮ ਦਿਖਾ ਰਹੇ ਨੇ, ਜਾਂ ਕਿ ਸਾਡੇ ਮਸਲੇ ਉਠਾ ਰਹੇ ਨੇ? ਤੇ ਹੁਣ ਜੱਫੀ ਪਾਉਣ ਵਾਲੀ ਜਿਹੜੀ ਵੀ ਗੱਲ ਆ ਗਈ, ਇਹ ਹਰ ਇੱਕ ਪਾਰਟੀ 'ਚ ਇਹੋ ਜਿਹੇ ਬੰਦੇ ਵੀ ਹੈਗੇ ਨੇ, ਔਰ ਬਹੁਤ ਸਾਰੀਆਂ ਪਾਰਟੀਆਂ 'ਚ ਤਾਂ ਐਸੇ ਬੰਦੇ ਨੇ ਜਿਹੜੇ ਇੱਕ ਜਿਹੜਾ ਬਿਆਨ ਦਿੰਦੇ ਨੇ, ਉਸ ਤੋਂ ਬਾਅਦ ਉਹ ਲੋਕਾਂ 'ਚ ਧਾਰਮਿਕ ਭਾਵਨਾਵਾਂ ਭੜਕਾ ਦਿੰਦੇ ਨੇ। ਲੇਕਿਨ ਕਦੇ ਮੈਂ ਹਾਲੇ ਤੱਕ ਨਹੀਂ ਦੇਖ ਰਿਹਾ ਕਿ ਮੁੱਦਿਆਂ ਦੀ ਗੱਲ ਤੇ ਵੀ ਅਸੀਂ ਡਿਸਕਸ਼ਨ ਕਰੀਏ, ਕਿਉਂਕਿ ਜੇ ਕੋਈ ਉਠਾਊਗਾ ਤਾਂ ਗੱਲ ਬਿਲਕੁਲ ਕਰਾਂਗੇ। ਖੈਰ, ਜਸਵਿੰਦਰ ਸਿੰਘ ਸੀਖਾਵਾਲਾ ਸਾਹਿਬ। ਦੇਖੋ ਜੀ ਵਾਲੇ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਵੀ ਤੁਸੀਂ ਟੌਪਿਕ ਬੜਾ ਵਧੀਆ ਚੁਣਿਆ ਅੱਜ। ਦੇਖੋ, ਪੋਲੀਟੀਕਲੀ ਡਿਸਕਸ਼ਨ ਵਾਸਤੇ ਜਦੋਂ ਤੋਂ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਅਸੀਂ ਸ਼ੁਰੂ ਕੀਤੀ ਹੈ, ਉਦੋਂ ਤੋਂ ਲੈ ਕੇ ਜਿਹੜੀ ਦੇਸ਼ ਭਗਤੀ ਦੀ ਭਾਵਨਾ ਤੇ ਲੋਕਾਂ ਦੀ ਸੇਵਾ ਦੀ ਭਾਵਨਾ, ਉਹ ਪੋਲੀਟੀਕਲ ਪਾਰਟੀਆਂ ਦੇ ਵਿੱਚ ਸੀ। ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਦੀ ਰਾਜਨੀਤੀ ਚੱਲੀ, ਉਦੋਂ ਜਦੋਂ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਹੁੰਦੀ ਸੀ ਜਾਂ ਸਾਡੀਆਂ ਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਹੁੰਦੀ ਸੀ, ਉਹ ਬੜੀ ਹੈਲਦੀ ਡਿਸਕਸ਼ਨ ਸੀ, ਔਰ ਜਿਹੜੇ ਡਿਵੈਲਪਮੈਂਟ ਵਾਸਤੇ, ਲੋਕਾਂ ਦੀ ਭਲਾਈ ਵਾਸਤੇ ਡਿਸਕਸ਼ਨ ਹੁੰਦੀ ਸੀ। ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਸਾਡੀ ਜਿਹੜੀ ਪ੍ਰਗਟਾਵੇ ਦੀ ਆਜ਼ਾਦੀ ਹੈ ਉਹ ਸਾਨੂੰ ਮਿਲੀ ਸੀ, ਉਹਦੀ ਦੁਰਵਰਤੋਂ ਹੌਲੀ ਹੌਲੀ ਹੋਣ ਲੱਗ ਪਈ। ਔਰ ਮੀਡੀਆ ਵੀ ਉਦੋਂ ਪੂਰੀ ਤਰ੍ਹਾਂ ਸਮਰਪਿਤ ਸੀ, ਕਿਉਂਕਿ ਵੈਸੇ ਤਾਂ ਮੀਡੀਆ ਉਦੋਂ ਜ਼ਿਆਦਾਤਰ ਮੀਡੀਆ ਤਾਂ ਜਿਹੜਾ ਇਲੈਕਟ੍ਰੋਨਿਕਸ ਮੀਡੀਆ ਤਾਂ ਰੇਡੀਓ ਸੀ ਜਾਂ ਟੈਲੀਵਿਜ਼ਨ ਸੀ, ਉਹ ਸਰਕਾਰੀ ਹੁੰਦਾ ਸੀ। ਪਰ ਜਿਹੜੇ ਅਖਬਾਰ ਵੀ ਸੀ ਉਹ ਵੀ ਬੜੇ ਸਮਰਪਿਤ ਸੀ, ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਲਿਪਤ ਸੀ। ਪਰ ਹੌਲੀ ਹੌਲੀ ਉਹ ਜਦੋਂ ਨਿਗਾਰ ਹੋਣਾ ਸ਼ੁਰੂ ਹੋਇਆ, ਤੇ ਸਭ ਤੋਂ ਜ਼ਿਆਦਾ ਵੱਡਾ ਨਿਗਾਰ ਮੈਂ ਸਮਝਦਾ ਇਹ ਜਦੋਂ ਤੋਂ ਆਮ ਆਦਮੀ ਪਾਰਟੀ ਫੀਲਡ ਦੇ ਵਿੱਚ ਆਈ ਹੈ, ਸਭ ਤੋਂ ਜ਼ਿਆਦਾ ਵੱਡਾ ਨਿਗਾਰ ਇਹਨਾਂ ਦੇ ਆਉਣ ਤੋਂ ਬਾਅਦ ਹੋਇਆ। ਆਪਾਂ ਸਾਰਿਆਂ ਨੇ ਸੁਣਿਆ ਸੀ ਭਗਵੰਤ ਸਿੰਘ ਮਾਨ ਕਿਵੇਂ ਕਹਿੰਦਾ ਹੁੰਦਾ ਸੀ ਕਿ ਡਲਾ ਤੋਂ ਡਲਾ ਹੋਤਾ ਹੈ, ਨਾ ਜਾਣੇ ਕਿੱਧਰ ਸੇ ਚਲਾ ਹੋਤਾ ਹੈ।
ਉਹ ਕਹਿੰਦੇ ਸੀ ਕਿ ਜਦੋਂ ਦੂਜੀਆਂ ਪਾਰਟੀਆਂ ਦੇ ਲੋਕ ਆਉਂਦੇ ਆ ਪਿੰਡਾਂ ਦੇ ਵਿੱਚ ਉਹਨਾਂ ਦੇ ਡਲੇ ਮਾਰੋ। ਇਹ ਡਿੱਗਿਆ ਹੋਇਆ ਮਿਆਰ ਸੀ, ਇਹਨਾਂ ਨੇ ਸ਼ੁਰੂਆਤ ਕੀਤੀ। ਔਰ ਉਸ ਤੋਂ ਬਾਅਦ ਸਿਆਸੀ ਲੋਕਾਂ ਬਾਰੇ ਜਿਸ ਤਰ੍ਹਾਂ ਦਾ ਡਿੱਗੇ ਹੋਏ ਮਿਆਰ ਦੀ ਭਾਸ਼ਾ ਦੀ ਵਰਤੋਂ ਕੀਤੀ ਗਈ, ਜਿਸ ਤਰ੍ਹਾਂ ਆਪਾਂ ਪਿਛਲੀ ਵਾਰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਉਹ ਸੈਸ਼ਨ ਦੇ ਦੌਰਾਨ ਮੁੱਖ ਮੰਤਰੀ ਸਾਹਿਬ ਦੇ ਤੇਵਰ ਆਪਣੇ ਸਾਰੇ ਲੋਕਾਂ ਨੇ ਦੇਖੇ ਤੇ ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੋਰਾਂ ਨੂੰ ਭਾਜਪਾ ਕਹਿ ਕੇ ਬੁਲਾਇਆ। ਹਾਸੇ ਠੱਠੇ ਦੇ ਮਾਹੌਲ ਦੇ ਵਿੱਚ ਨਾ ਭਾਜਪਾ ਕਹਿ ਕੇ ਬੁਲਾਇਆ। ਇਸੇ ਤਰ੍ਹਾਂ ਖਹਿਰਾ ਸਾਹਿਬ ਨੇ ਸਵਾਲ ਪੁੱਛੇ ਸੀ ਕੁਛ, ਉਹ ਕਹਿੰਦੇ ਵੀ ਇਹਨਾਂ ਦਾ ਮੈਂ ਜਵਾਬ ਨਹੀਂ ਦਿੰਦਾ। ਇਸੇ ਤਰ੍ਹਾਂ ਫਿਰ ਜਿਹੜੇ ਪਿਛਲੇ ਦਿਨੀ ਸਾਡੇ ਮਾਨਯੋਗ ਗਵਰਨਰ ਸਾਹਿਬ ਹੈ, ਉਹਨਾਂ ਦੇ ਬਾਰੇ ਰੈਲੀਆਂ ਦੇ ਵਿੱਚ ਜਿਸ ਤਰ੍ਹਾਂ ਮੰਦੀ ਭਾਸ਼ਾ ਵਰਤੀ ਗਈ, ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਹੋਰ ਵੀ ਸੁਖਬੀਰ ਸਿੰਘ ਬਾਦਲ ਬਾਰੇ ਵੀ ਉਹਨਾਂ ਨੂੰ ਮੰਦਬੁੱਧੀ ਕਿਹਾ ਗਿਆ। ਤੁਸੀਂ ਵੀ ਗੱਲ ਕੀਤੀ ਹੈ, ਮੇਰੇ ਕੋਲ ਵੀ ਉਹਦੀ ਪਈ ਹੈ ਵੀਡੀਓ। ਸੋ ਉਹ ਜਿਹੜੀ ਇਹ ਡਿੱਗਿਆ ਹੋਇਆ ਮਿਆਰ ਹੈ, ਉਹਦੇ ਨਾਲ ਜਿਹੜਾ ਅੱਜ ਕੜਤਨ ਸਮਾਜ ਦੇ ਵਿੱਚ ਪੈਦਾ ਹੋ ਰਹੀ ਹੈ। ਦੇਖੋ ਪਹਿਲਾਂ ਵੀ ਪੋਲੀਟੀਕਲ ਵਿਰੋਧੀ ਪਾਰਟੀਆਂ ਹੁੰਦੀਆਂ ਸੀ, ਅਸੀਂ ਸਮਾਜਿਕ ਤੌਰ ਤੇ ਜਦੋਂ ਮਿਲਦੇ ਸੀ ਉਦੋਂ ਕੋਈ ਉਸ ਤਰ੍ਹਾਂ ਦੀ ਕੜਤਨ ਦੇਖਣ ਨੂੰ ਨਹੀਂ ਮਿਲਦੀ ਸੀ। ਪਰ ਹੁਣ ਜਦੋਂ ਅਸੀਂ ਇੱਕ ਦੂਸਰੇ ਦੇ ਆਮਣੇ ਸਾਹਮਣੇ ਹੁੰਦੇ ਆ ਤਾਂ ਬਿਲਕੁਲ ਇਹ ਸਾਡੇ ਮਨਾਂ ਦੇ ਵਿੱਚ ਵੀ ਇਹ ਗੱਲ ਆਉਂਦੀ ਹੈ ਕਿ ਇਹ ਬੰਦਿਆਂ ਨੇ ਫਲਾਣੇ ਟਾਈਮ ਤੇ ਝੂਠ ਮਾਰੇ, ਮਿਆਰ ਤੋਂ ਡਿੱਗੀਆਂ ਹੋਈਆਂ ਗੱਲਾਂ ਕੀਤੀਆਂ। ਔਰ ਅੱਜ ਵੀ ਜਿਹੜੀ ਆਪਾਂ ਦੇਖ ਰਹੇ ਹਾਂ ਸਾਰੀ ਗੱਲ, ਹੁਣ ਜਿਹੜੇ ਕੰਮ ਸੀ ਵਿਕਾਸ ਦੇ ਸਾਰੇ ਬੰਦ ਹੈ। ਜਿਹੜੀਆਂ ਸੰਨੀ ਵਾਲੂ ਵਾਲੀਆਂ ਜੀ ਜਿੰਨੀਆਂ ਗੱਲਾਂ ਕਹਿ ਕੇ ਗਏ ਆ ਉਹ ਸਾਰੀਆਂ ਹੀ ਉਲਟ ਹੈ। ਗੈਂਗਸਟਰਾਂ ਦੀ ਗੱਲ ਕਰਕੇ ਗਏ ਸੀ, ਉਹ ਹਰ ਰੋਜ਼ ਤਾਂ ਕਤਲਾਂ ਦੀਆਂ ਵਾਰਦਾਤਾਂ ਸਾਡੇ ਸਾਹਮਣੇ ਆ ਰਹੀਆਂ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਡੇ ਸਾਹਮਣੇ ਆ ਰਹੀਆਂ। ਕਿਹੜਾ ਦਿਨ ਹੁੰਦਾ ਹੈ ਜਿੱਦੇ ਕੋਈ ਗੈਂਗਸਟਰ ਕਤਲ ਨਹੀਂ ਕਰਦੇ, ਫਰੌਤੀ ਦੀਆਂ ਕਿਸੇ ਨੂੰ ਕਾਲਾਂ ਨਹੀਂ ਆਉਂਦੀਆਂ। ਇਹ ਤਾਂ ਪੰਜਾਬ ਦੇ ਵਿੱਚ ਜੇ ਚੱਲ ਰਿਹਾ ਤੇ ਚੱਲ ਹੀ ਹੈ ਕੁਛ ਰਿਹਾ। ਇੰਡਸਟਰੀਆਂ ਤਾਂ ਬੰਦ ਹੋ ਰਹੀਆਂ, ਵਪਾਰ ਬੰਦ ਹੋ ਰਿਹਾ। ਜਿਹੜੀ ਇਨਵੈਸਟਮੈਂਟ ਦੀ ਇਹ ਗੱਲ ਕਹਿੰਦੇ ਸੀ 5 ਲੱਖ ਕਰੋੜ ਦੇ ਕਰੀਬ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚੋਂ ਬਾਹਰ ਚਲੀ ਗਈ ਹੈ, ਜਿਹਦੇ ਚੋਂ 2,30,000 ਕਰੋੜ ਕੱਲੀ ਲੁਧਿਆਣੇ ਦੀ ਸਾਈਕਲ ਇੰਡਸਟਰੀ ਹੈ ਜਿਨ੍ਹਾਂ ਨੇ ਕਰਾਰ ਕੀਤਾ ਹੈ ਯੂਪੀ ਜਾਣ ਦਾ। ਤੋਂ ਇਹ ਬੜੀ ਸ਼ਰਮਨਾਕ ਗੱਲ ਵੀ ਹੈ, ਪੰਜਾਬ ਲਈ ਬੜੀ ਫਿਕਰ ਵਾਲੀ ਗੱਲ ਵੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਹੋਊਗਾ ਕੀ? ਇੱਕ ਪਾਸੇ 40,000 ਕਰੋੜ ਦਾ ਕਰਜ਼ਾ ਲੈ ਲਿਆ ਸਾਲ ਦੇ ਵਿੱਚ, ਤੇ ਦੂਜੇ ਪਾਸੇ ਕਹਿ ਰਹੇ ਅਸੀਂ ਇਨਵੈਸਟਮੈਂਟ ਲੈ ਕੇ ਆ ਰਹੇ ਹਾਂ, ਸੂਬਾ ਖੁਸ਼ਹਾਲ ਹੋ ਰਿਹਾ। ਹੁਣ ਇਹਨਾਂ ਨੇ ਗੱਲ ਕਹੀ ਸੀ ਰੰਗਲਾ ਪੰਜਾਬ ਬਣਾਉਣ ਦੀ, ਪਰ ਰੰਗੀਲਾ ਮੁੱਖ ਮੰਤਰੀ ਦੇਤਾ। ਹੁਣ ਇਹਨਾਂ ਨੇ ਜਿਹੜੀ ਗੱਲ ਤਾਂ ਕੀਤੀ ਸੀ, ਇੱਕ ਵਿਅਕਤੀ ਹੈ ਜਿਹੜਾ ਉਹਦੀ ਕਮਜ਼ੋਰੀ ਹੈ ਮੁੱਖ ਮੰਤਰੀ ਦੀ, ਆਪਦੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਦੀ ਸੀ ਮੈਂ ਸ਼ਰਾਬ ਨਹੀਂ ਪੀਂਦਾ, ਤੇ ਫਿਰ ਜਿਹੜੇ ਹਾਲਾਤ ਹੋਏ ਲਫਤਾਂਸਾ 에ਅਰਲਾਈਨਸ ਵਾਲਿਆਂ ਨੇ ਲਾਇਆ ਉਹ ਸਾਰਾ ਸਾਹਮਣੇ ਹੈ। ਹੋਰ ਵੀ ਆਪਾਂ ਕਈ ਥਾਵਾਂ ਤੇ ਦੇਖਿਆ। ਸੋ ਇਹ ਇੱਕ ਬੜੀ ਵੱਡੀ ਤਰਾਸਦੀ ਹੈ ਪੰਜਾਬ ਦੀ, ਤੇ ਇੱਕ ਐਸਾ ਵਿਅਕਤੀ ਜਿਹੜੀ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਗਿਆ। ਠੀਕ ਹੈ, ਸੀਖਾਂ ਵਾਲਾ ਜੀ ਸਨੀ ਆਹਲੂਵਾਲੀਆ ਜੀ ਕੁਝ ਕਹਿਣਾ ਚਾਹੁੰਦੇ ਨੇ, ਫਿਰ ਮੈਂ ਅੱਗੇ ਵਧੂਗਾ। ਹਾਂਜੀ ਸਨੀ ਜੀ ਬਰੀਫ ਰੱਖਿਓ। ਹਾਂਜੀ, ਜਿਹੜੇ ਲੋਕਾਂ ਨੂੰ ਪੰਜਾਬ ਨੇ ਰਿਜੈਕਟ ਕਰਤਾ ਕਾਂਗਰਸ ਵਾਲਿਆਂ ਨੂੰ, ਅੱਜ ਉਹ ਬੈਠ ਕੇ ਦੱਸ ਰਹੇ ਵੀ ਇਹ ਹੋ ਗਿਆ। ਇਹੋ ਜਿਹੀ ਗੱਲਾਂ ਨਾ ਕਰਿਆ ਕਰੋ। ਤੁਹਾਨੂੰ ਇੱਕ ਬੇਨਤੀ ਕਰਦੇ ਆ ਕਿ ਜਿਹੜਾ ਲੈਵਲ ਸੱਚ ਨਹੀਂ ਕਹਿ ਸਕਦੇ, ਅਸੀਂ ਸੱਚੀ ਗੱਲ ਬੋਲ ਨਹੀਂ ਸਕਦੇ। ਸਭ ਤੋਂ ਪਹਿਲੀ ਗੱਲ ਸੁਣੋ। ਸਭ ਤੋਂ ਇੰਪੋਰਟੈਂਟ ਗੱਲ ਅੱਜ ਇਹ ਡਿਸਕਸ਼ਨ ਦੀ ਹੈ ਕਿ ਤੁਹਾਡੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜੀ ਬੋਲਦੇ ਨੇ, ਇਹਨਾਂ ਨੂੰ ਬੋਲਣਾ ਚਾਹੀਦਾ ਕਿ ਨਹੀਂ? ਇਹਨਾਂ ਨੂੰ ਨਹੀਂ ਬੋਲਣਾ ਚਾਹੀਦਾ। ਤੁਹਾਡੇ ਲੋਕਾਂ ਦੇ ਉੱਤੇ ਇਲਜ਼ਾਮ ਇਸ ਲਈ ਲੱਗਦੇ ਨੇ ਕਿਉਂਕਿ ਤੁਸੀਂ ਲੋਕ ਮਾਫੀਆ ਚਲਾਉਂਦੇ ਰਹੇ ਹੋ, ਸਾਰੀਆਂ ਚੋਰੀਆਂ ਠੱਗੀਆਂ ਕਰਦੇ ਰਹੇ ਹੋ, ਇਸ ਕਰਕੇ ਤੁਹਾਨੂੰ ਕੀ ਦੱਸਿਆ ਜਾਂਦਾ ਹੈ। ਪਰ ਭਗਵੰਤ ਸਿੰਘ ਮਾਨ ਜੀ ਦਾ ਤੁਸੀਂ ਸਾਨੂੰ ਦੱਸੋ ਨਾ ਵੀ ਇਹ ਕਰਪਸ਼ਨ ਕੀਤੀ ਹੈ, ਸਾਡੇ ਅੱਗੇ ਰੱਖੋ। ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਵੀ ਇਹਨਾਂ ਨੇ ਇਹ ਨਹੀਂ ਕੀਤਾ, ਸਾਨੂੰ ਦੱਸੋ, ਐਗਜ਼ਾਮਪਲ ਦਿਓ। ਦੂਜੀ ਗੱਲ ਹੈ, ਮੈਂ ਫਿਰ ਵੀ ਬੇਨਤੀ ਕਰਦਾ ਕਿ ਲੈਂਗੁਏਜ ਦਾ ਕੰਟਰੋਲ ਜਿਹੜਾ ਤੁਹਾਡੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਵੀ ਲੈਂਗੁਏਜ ਦੇ ਕੰਟਰੋਲ ਦੇ ਅੰਦਰ ਇਹ ਕਿਹਾ ਸੀਗਾ। ਤੁਹਾਨੂੰ ਪ੍ਰੋਬਲਮ ਹੈ ਕਿ ਅਸੀਂ ਲੋਕ ਨਾਰਮਲ ਘਰਾਂ ਦੇ ਬੱਚੇ ਕਿਵੇਂ ਆ ਕੇ ਕੁਰਸੀਆਂ ਤੇ ਬੈਠ ਕੇ, ਇਹੀ ਪ੍ਰੋਬਲਮ ਹੈ। ਮਾਫੀਆ ਨਹੀਂ, ਉਹ ਮਾਫੀਆ ਤੁਸੀਂ ਲੋਕ ਮਾਫੀਆ। ਸਭ ਤੋਂ ਵੱਡਾ ਮਾਫੀਆ ਕਾਂਗਰਸ ਅਕਾਲੀ ਦਲ ਨੇ, ਜਿਹਨੇ ਗੈਂਗਸਟਰਸ ਆਏ ਤੁਸੀਂ ਲੋਕਾਂ ਨੇ ਪੈਦਾ ਕੀਤੇ ਨੇ, ਜਿਹੜੇ ਗੈਂਗਸਟਰਸ ਪੈਦਾ ਕੀਤੇ ਨੇ ਤੁਸੀਂ ਕੀਤੇ ਹੈ, ਜਿਹੜੇ ਗੈਂਗਸਟਰ ਦਾ ਕੰਮ ਕੀਤਾ ਤੁਸੀਂ ਕੀਤਾ ਹੈ, ਇਸ ਕਰਕੇ ਤੁਹਾਨੂੰ ਮਾਫੀਆ ਕਿਹਾ ਜਾਂਦਾ ਹੈ। ਸਾਇੰਸ ਪਾਲਿਸੀ ਕਿਹਨੇ ਬਣਾਈ ਹੈ? ਮਨੀਸ਼ ਸਿਸੋਦੀਆ ਨੇ ਬਣਾਈ ਹੈ। ਅੰਦਰ ਬੈਠਾ ਤੁਹਾਨੂੰ ਪਤਾ ਕੀ ਹੈ, ਜਦ ਤੁਹਾਡੀ ਵਾਰੀ ਸੀਗੀ ਨਾ ਤਾਂ ਤੁਹਾਡੇ ਤੋਂ ਬਣਵਾਉਣੀ ਹੈ। ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਠੇਕੇ ਦਿੰਦੇ ਰਹੇ, ਸਾਰੀ ਪਾਲਿਸੀਆਂ ਤੁਸੀਂ ਜਿਹੜੇ ਠੇਕੇਦਾਰ ਸੀ ਉਹਨਾਂ ਤੋਂ ਪੁੱਛ ਕੇ ਮੰਗਦੇ ਰਹੇ। ਸਾਡੀ ਪਾਲਿਸੀ ਪਿਆਰੇ ਦਰਸ਼ਕੋ, ਇਹ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਨਾ, ਇਹ ਹੈ ਗੱਲ ਕਿ ਇੱਕ ਦੂਜੇ ਤੇ ਇਸ ਤਰ੍ਹਾਂ ਜਿਹੜੀ ਗੱਲ ਚੱਲ ਰਹੀ ਹੈ। ਤਰਕ ਜਿਹੜਾ ਹੈ ਤਾਂ ਇੱਥੇ ਦਲੀਲ ਨਾਲ ਵੀ ਗੱਲ ਹੋ ਸਕਦੀ ਸੀ ਕਿ ਤੁਹਾਡੇ ਇੰਨੇ ਕੇਸ ਆ ਗਏ ਤੇ ਸਨੀ ਆਹਲੂਵਾਲੀਆ ਜੀ ਕਹਿੰਦੇ ਵੀ ਸਾਡੇ 'ਚ ਕੋਈ ਕੇਸ ਨਹੀਂ, ਸਾਡੀ ਮਾਂ ਨੂੰ ਕਿਹੜੇ ਕੋਠੀ ਛੱਡਤੀ, ਸਾਡਾ ਇਹ ਹੋ ਗਿਆ, ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਮਨੀਸ਼ ਸਿਸੋਦੀਆ ਨੂੰ ਜਿਹੜਾ ਹੈ ਗਲਤ ਫਸਾਇਆ ਗਿਆ। ਇਹਦੀ ਬਜਾਏ ਇੱਕ ਦੂਜੇ ਨੂੰ
ਬਿਲਕੁਲ ਜਿਵੇਂ ਜਸਵਿੰਦਰ ਸਿੱਖਾਂ ਵਾਲਾ ਉਹ ਵੀ ਭੁੱਲ ਗਏ ਵੀ ਤੁਸੀਂ ਇਹ ਕਰਦੇ ਹੋ। ਇਹ ਜਿਹੜਾ ਹੈ ਨਾ, ਇਹ ਤਕਰਾਰ ਦੀ ਗੱਲ ਅਸਲ ਅੱਜ ਆਪਾਂ ਕਰ ਰਹੇ ਹਾਂ। ਕੱਲਾ ਹੀ ਨਹੀਂ, ਜੇ ਤੁਸੀਂ ਕਹੋ ਕਿ ਇੱਥੇ ਹੈ ਆ ਕਰਨਾਟਕ ਦੀ ਚੋਣ ਦੇ ਵਿੱਚ ਨਹੀਂ ਤੁਸੀਂ ਦੇਖਿਆ ਜ਼ਹਿਰੀਲਾ ਸੱਪ, ਇਹ ਖੜਗੇ ਸਾਹਿਬ ਕਹਿ ਰਹੇ ਨੇ ਮੋਦੀ ਜ਼ਹਿਰੀਲਾ ਸੱਪ, ਤੇ ਫਿਰ ਉਸ ਤੋਂ ਬਾਅਦ ਭਾਜਪਾ ਨੇ ਕਿਹੜੇ ਘੱਟ ਨੇ, ਉਹ ਕਹਿੰਦੇ ਸੋਨੀਆ ਵਿਸ਼ ਕੰਨਿਆ, ਤੇ ਉਹ ਆਪਾਂ ਤਾਂ ਲਗਾਤਾਰ ਪੱਪੂ ਮੁੰਡੀ ਨਾਲੋਂ ਵੱਧ ਬਦਨਾਮ। ਇਹ ਚੱਲ ਕੀ ਰਿਹਾ ਸੰਜੇ ਕਪੂਰ ਜੀ? ਮੈਨੂੰ ਅੱਜ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਮੈਂ ਕਦੀ ਇਹ ਸੋਚਿਆ ਨਹੀਂ ਸੀ ਕਿ ਕਿਸੇ ਚੈਨਲ ਤੇ ਬੈਠ ਕੇ ਨਾ ਇਸ ਵਿਸ਼ੇ ਤੇ ਡਿਬੇਟ ਕਰਨੀ ਪਏਗੀ। ਲੋਕਾਂ ਦੇ ਮੁੱਦੇ ਚੁੱਕਣ ਦੇ ਬਜਾਏ, ਲੋਕਾਂ ਦੇ ਮੁੱਦਿਆਂ ਤੇ ਡਿਸਕਸ਼ਨ ਕਰਨ ਦੇ ਬਜਾਏ ਅੱਜ ਆਪਾਂ ਇਸ ਮੁੱਦੇ ਤੇ ਡਿਸਕਸ਼ਨ ਕਰਨੇ ਪਏ ਆ ਕਿ ਉਹ ਇੱਕ ਬੰਦੇ ਨੇ ਦੂਜੇ ਬੰਦੇ ਨੂੰ ਪਾਗਲ ਕਿਹਾ ਹੈ ਔਰ ਦੂਜੇ ਬੰਦੇ ਨੇ ਪਹਿਲੇ ਬੰਦੇ ਨੂੰ ਮੰਦਬੁੱਧੀ ਕਿਹਾ ਹੈਗਾ ਵਾ। ਮੈਂ ਸਮਝਦਾ ਵਾ ਕਿ ਰਾਜਨੀਤੀ ਦਾ ਜਿਹੜਾ ਮਿਆਰ ਹੈ ਨਾ ਬਹੁਤ ਜ਼ਿਆਦਾ ਗਿਰ ਗਿਆ ਹੈਗਾ ਵਾ। ਰਾਜਨੀਤੀ ਦੇ ਵਿੱਚ ਜਦੋਂ ਆਪਾਂ ਆਏ ਸੀ ਜਾਂ ਸਾਡੇ ਵੱਡੇ ਆਏ ਸੀ ਨਾ, ਉਦੋਂ ਰਾਜਨੀਤੀ 'ਚ ਇਹ ਸੋਚ ਕੇ ਆਏ ਸੀ ਕਿ ਰਾਜਨੀਤੀ ਇੱਕ ਵਿਚਾਰਾਂ ਦੀ ਲੜਾਈ ਹੈ, ਆਈਡੀਓਲੋਜੀ ਦੀ ਲੜਾਈ ਹੈ। ਪਰ ਮੈਂ ਮਹਿਸੂਸ ਕਰ ਰਿਹਾ ਕਿ ਜਿਸ ਤਰੀਕੇ ਰਾਜਨੀਤੀ ਅੱਗੇ ਅੱਗੇ ਡੇ ਬਾਏ ਡੇ ਵੱਧਦੀ ਪਈ ਹੈ ਨਾ, ਇਹ ਵਿਚਾਰਾਂ ਤੋਂ ਦੀ ਲੜਾਈ ਤੋਂ ਜ਼ਿਆਦਾ ਪਰਸਨਲ ਲੜਾਈ ਬਣਦੀ ਜਾ ਰਹੀ ਹੈ। ਇੱਕ ਦੂਜੇ ਨੂੰ ਪੁਆਇੰਟ ਆਊਟ ਕਰਨਾ, ਇੱਕ ਦੂਜੇ ਨੂੰ ਗਲਤ ਨਾਮਾਂ ਨਾਲ ਬੁਲਾਣਾ, ਇੱਕ ਦੂਜੇ ਬਾਰੇ ਐਬਿਊਸਿਵ ਲੈਂਗੁਏਜ ਯੂਜ਼ ਕਰਨਾ, ਇਹ ਇੱਕ ਰਾਜਨੀਤੀ ਦਾ ਨਾ ਬੜਾ ਇੰਪੋਰਟੈਂਟ ਫੈਕਟਰ ਬਣਦਾ ਜਾ ਰਿਹਾ ਹੈਗਾ ਵਾ, ਜਿਹੜਾ ਕਿ ਬਹੁਤ ਅਨਫੋਰਚੂਨੇਟ ਹੈਗਾ ਵਾ। ਇਹ ਲੋਕਾਂ ਨਾਲ ਵੀ ਧੋਖਾ ਇੱਕ ਤਰੀਕੇ ਦਾ, ਪਰ ਸ਼ਾਇਦ ਲੋਕਾਂ ਨੂੰ ਹੀ ਇਹ ਗੱਲਾਂ 'ਚ ਮਜ਼ਾ ਆਉਣ ਲੱਗ ਪਿਆ ਹੈਗਾ। ਮੈਂ ਤੇ ਸਮਝਦਾ ਵਾ ਕਿ ਜੇ ਲੋਕੀ ਵੀ ਸੰਜੀਦਾ ਹੋਣ ਨਾ, ਜਿਹੜੇ ਰਾਜਨੇਤਾ ਇਸ ਤਰੀਕੇ ਦੀ ਹਰਕਤਾਂ ਕਰਦੇ ਆ ਨਾ, ਭਾਵੇਂ ਕੋਈ ਵੀ ਹੋਵੇ ਪਾਰਟੀ ਲਾਈਨ ਦੇ ਵਿੱਚ, ਮੈਂ ਕੋਈ ਪਾਰਟੀ ਦੇ ਐਂਗਲ ਦੇ ਨਾਲ ਗੱਲ ਨਹੀਂ ਕਰ ਰਿਹਾ ਹੈਗਾ, ਮੈਂ ਸਿਰਫ ਇੱਕ ਸੋਸਾਇਟੀ ਦੇ ਵਿੱਚ ਇੱਕ ਸਟੈਂਡਰਡਸ ਦੀ ਗੱਲ ਕਰਨਾ ਪਿਆ ਹੈਗਾ ਵਾ। ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਕੋਈ ਰਾਜਨੇਤਾ, ਜੇ ਇਸ ਤਰੀਕੇ ਦੀ ਉਹ ਲੈਂਗੁਏਜ ਦਾ ਇਸਤੇਮਾਲ ਕਰਦਾ ਹੈਗਾ ਵਾ, ਸੋਸਾਇਟੀ ਨੂੰ ਇਹੋ ਜਿਹੇ ਰਾਜਨੇਤਾ ਦਾ ਬਾਈਕਾਟ ਕਰਨਾ ਚਾਹੀਦਾ ਹੈਗਾ, ਕਿਉਂਕਿ ਇਹੋ ਜਿਹੇ ਰਾਜਨੇਤਾ ਸੋਸਾਇਟੀ ਲਈ ਕੋਈ ਚੰਗੀ ਐਗਜ਼ਾਮਪਲ ਸੈੱਟ ਨਹੀਂ ਕਰਦੇ ਪਏਗੇ। ਇੰਡੀਵਿਜੂਅਲ ਤੌਰ ਤੇ ਮੈਂ ਇਸ ਚੀਜ਼ ਦਾ ਬਹੁਤ ਵਿਰੋਧੀ ਹੈਗਾ ਵਾ। ਅੱਜ ਜੋ ਸੁਖਬੀਰ ਬਾਦਲ ਜੀ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਬਾਰੇ ਕਿਹਾ ਹੈਗਾ ਵਾ, ਮੈਂ ਸਮਝਦਾ ਕਿ ਬਹੁਤ ਅਨਫੋਰਚੂਨੇਟ ਹੈਗਾ ਵਾ। ਪਰ ਜੇ ਪਿੱਛੇ ਵੀ ਤੁਸੀਂ ਡਾਊਨ ਦਾ ਲਾਈਨ ਚਲੇ ਜਾਓ ਤੇ ਭਗਵੰਤ ਮਾਨ ਸਾਹਿਬ ਨੇ ਵੀ ਉਹਨਾਂ ਬਾਰੇ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਹੀਆਂ ਹੋਈਆਂ ਹੈਗੀਆਂ। ਸੋ ਮੈਨੂੰ ਲੱਗਦਾ ਕਿ ਜਿਹੜਾ ਇੱਕ ਦੂਜੇ ਤੇ ਇਹੋ ਜਿਹੀ ਗੱਲਾਂ ਕਰਕੇ ਕੀਚੜ ਉਛਾਲਣ ਵਾਲੀ ਗੱਲ ਹੈ ਨਾ, ਇਹ ਸਹੀ ਰਾਜਨੀਤੀ ਨਹੀਂ ਗੀ ਔਰ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ ਵਾ। ਔਰ ਮੈਂ ਜਿੰਨੇ ਪਿਛਲੇ ਸਾਲਾਂ ਤੋਂ ਰਾਜਨੀਤੀ ਹੈ ਨਾ ਵਾਲੀਆ ਜੀ, ਮੈਂ ਦੇਖਿਆ ਕਿ ਇਹ ਚੀਜ਼ਾਂ ਦੀ ਸ਼ੁਰੂਆਤ ਸਭ ਤੋਂ ਜ਼ਿਆਦਾ ਨਾ ਨਵਜੋਤ ਸਿੰਘ ਸਿੱਧੂ ਨੇ ਕੀਤੀ। ਭਾਵੇਂ ਉਹ ਭਾਰਤੀ ਜਨਤਾ ਪਾਰਟੀ ਸਾਡੇ ਨਾਲ ਹੀ ਹੈਗਾ ਸੀ, ਪਰ ਉਹ ਬੰਦੇ ਦਾ ਇੱਕ ਮਸਕਰਾਪਨ ਹੈਗਾ ਸੀ ਸਿੱਧੂ ਸਾਹਿਬ ਦਾ, ਜਿਨ੍ਹਾਂ ਨੇ ਪਹਿਲੇ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਔਰ ਕਈ ਊਟ ਪਟਾਂਗ ਗੱਲਾਂ, ਮਨਮੋਹਨ ਸਿੰਘ ਜੀ ਨੂੰ ਮੌਨੀ ਬਾਬਾ ਕਿਹਾ। ਉਹ ਇੱਕ ਸ਼ੁਰੂਆਤ ਇਹ ਚੀਜ਼ਾਂ ਦੀ ਕਰਨ, ਅਗਰ ਡਾਊਨ ਦਾ ਲਾਈਨ ਜਾਵਾਂ ਨਾ, ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇਹ ਚੀਜ਼ਾਂ ਦੀ ਸ਼ੁਰੂਆਤ ਕੀਤੀ ਹੋਈ ਹੈ ਔਰ ਅੱਜ ਵੀ ਇਹ ਗੱਲਾਂ ਤੋਂ ਬਾਜ਼ ਨਹੀਂ ਆਉਂਦੇ ਹੈਗੇ। ਸੋ ਮੈਂ ਸਮਝਦਾ ਕਿ ਇਹ ਚੀਜ਼ਾਂ ਨੂੰ ਲੋਕਾਂ ਨੂੰ ਵੀ ਡਿਸਕਰੇਜ ਕਰਨਾ ਚਾਹੀਦਾ ਹੈ। ਸੰਜੇ ਜੀ, ਤੁਸੀਂ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ। ਆ ਹੁਣ ਜਦੋਂ ਹਮਦਰਦ ਅਜੀਤ ਅਖਬਾਰ ਦੇ ਵਿੱਚ ਗੁਰਜਿੰਦਰ ਸਿੰਘ ਹਮਦਰਦ ਦੇ ਹੱਕ 'ਚ ਇਕੱਠੇ ਹੋਏ ਸੀ, ਉੱਥੇ ਇਹ ਗੱਲ ਕਹਿਣ ਦੀ ਕੀ ਲੋੜ ਸੀ? ਉੱਥੇ ਬਾਜਵਾ ਸਾਹਿਬ ਵੀ ਦੋਨੇ ਜਾਂ ਤਾਂ ਮਾਹੌਲ ਇਹੋ ਜਿਹਾ ਬਣਾ ਲਿਆ, ਮਦਰ ਭਗਵੰਤ ਮਾਨ ਦਾ ਨਿੱਜੀ ਮਾਮਲਾ ਹੈ, ਕੋਈ ਮੈਰਿਜ ਕਰਾਵੇ ਨਾ ਕਰਾਵੇ, ਇਹ ਕਹਿਣ ਦੀ ਕੀ ਲੋੜ ਸੀ ਨਵਜੋਤ ਸਿੰਘ ਸਿੱਧੂ ਨੂੰ ਕਿ ਕਿਆ ਬਦਲਾਅ ਆਇਆ? ਫਿਰ ਨਾ ਹੀ ਪ੍ਰਤਾਪ ਸਿੰਘ ਬਾਜਵੇ ਨੂੰ ਕੋਈ ਹੱਕ ਹੈ। ਜੇ ਲੋਕਾਂ ਨੇ ਵੋਟ ਪਾ ਕੇ ਕਿਸੇ ਨੂੰ ਭੇਜਤਾ, ਚਾਹੇ ਉਹ ਮੋਬਾਈਲ ਠੀਕ ਕਰਦਾ, ਚਾਹੇ ਉਹ ਪੈਂਚਰ ਲਾਉਂਦਾ, ਇਹ ਲੋਕਾਂ ਦੇ ਫਤਵੇ ਦੀ ਤੋਹੀਨ ਹੈ ਜੇ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਹੈ। ਇਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਹੜਿਆਲੋ ਦੀ ਬਜਾਏ ਕਰਨਾ ਕੀ ਸ਼ੁਰੂ ਕਰਤਾ। ਇਹ ਗੱਲ ਆਪਾਂ ਨੂੰ ਦੇਖਣ ਵਾਲੀ ਹੈ। ਉਪਜੀਤ ਸਿੰਘ ਬਰਾੜ ਸਾਹਿਬ ਕੀ ਸੋਚਦੇ ਹੋ ਪੋਲੀਟੀਕਲ ਪਾਰਟੀਜ਼ ਬਾਰੇ? ਤੁਹਾਡੀ ਗੱਲ ਬਿਲਕੁਲ ਸਹੀ ਆ, ਤੇ ਸਿੱਖਾਂ ਵਾਲਾ ਸਾਹਿਬ ਦੀ ਵੀ ਇੱਕ ਗੱਲ ਸਹੀ ਆ ਵੀ ਜਦੋਂ ਪਹਿਲਾਂ ਜਿਹੜੀਆਂ ਰਾਜਸੀ ਪਾਰਟੀਆਂ ਸੀਗੀਆਂ ਉਹ ਆਉਂਦੀਆਂ ਸੀਗੀਆਂ ਲੋਕ ਸੇਵਾ ਲਈ, ਦੇਸ਼ ਸੇਵਾ ਲਈ, ਸਮਾਜ ਸੇਵਾ ਦੇ ਲਈ, ਪਰ ਹੁਣ ਜੋ ਸਿਸਟਮ ਚੱਲ ਰਿਹਾ ਹੈ ਇਹ ਇਸ ਤਰ੍ਹਾਂ ਲੱਗ ਰਿਹਾ ਵੀ ਸਿਰਫ ਆਪਣੀ ਕੁਰਸੀ ਦੀ ਸੇਵਾ ਲਈ, ਆਪਣੇ ਪਰਿਵਾਰ ਦੀ ਸੇਵਾ ਲਈ ਤੇ ਆਪਣੀ ਇੰਪੋਰਟੈਂਸ ਬਣਾਉਣ ਦੇ ਲਈ ਦੂਜਿਆਂ ਦਾ ਜਿਹੜਾ ਕਰੈਕਟਰ ਅਸੈਸੀਨੇਸ਼ਨ ਕਿਵੇਂ ਕਰਨਾ ਹੈ। ਇਸ ਕਰੈਕਟਰ ਅਸੈਸੀਨੇਸ਼ਨ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਸ਼ਾਮਲ ਆ, ਕੋਈ ਇੱਕ ਨਹੀਂ। ਜੇ ਆਪਾਂ ਕਹੀਏ
ਵੀ ਆਮ ਆਦਮੀ ਪਾਰਟੀ ਵੀ ਇਹ ਸ਼ਾਮਲ ਨਹੀਂ ਹੈ, ਇਹ ਵੀ ਸ਼ਾਮਲ ਆ, ਤੇ ਬੀਜੇਪੀ ਵੀ ਸ਼ਾਮਲ ਆ, ਕਾਂਗਰਸ ਵੀ ਸ਼ਾਮਲ ਆ, ਅਕਾਲੀ ਦਲ ਬਾਦਲ ਵੀ ਸ਼ਾਮਲ ਆ, ਸਾਰੇ ਹੀ ਸ਼ਾਮਲ ਆ, ਤੇ ਹੋਰ ਵੀ ਜਿਹੜੀਆਂ ਬਾਕੀ ਸਟੇਟਾਂ ਦੀ ਪਾਰਟੀਆਂ ਉਹ ਵੀ ਸ਼ਾਮਲ ਹੋਣਗੀਆਂ। ਇਹ ਸਾਰੇ ਇੱਕ ਦੂਜੇ ਨੂੰ ਸਮੇਂ-ਸਮੇਂ ਤੇ ਇੱਕ ਦੂਜੇ ਦੇ ਖਿਲਾਫ ਬੋਲਦੇ ਰਹੇ ਆ। ਜਿਵੇਂ ਕਿ ਤੁਹਾਡੇ ਸਾਹਮਣੇ ਆਪਾਂ ਹੁਣੇ ਗੱਲ ਕਰ ਰਹੇ ਸੀਗੇ, ਬੀਜੇਪੀ ਦੇ ਬੁਲਾਰੇ ਵੀ ਨਵਜੋਤ ਸਿੱਧੂ ਨੇ ਗੱਲ ਪੱਪੂ ਕਿਹਾ, ਪੱਪੂ ਖਾਲੀ ਨਵਜੋਤ ਸਿੱਧੂ ਨੇ ਨਹੀਂ ਕਿਹਾ, ਪੱਪੂ ਤਾਂ ਮੋਦੀ ਸਾਹਿਬ ਨੇ ਵੀ ਆਪਣੇ ਰਾਹੁਲ ਗਾਂਧੀ ਨੂੰ ਕਿਹਾ, ਤੇ ਰਾਹੁਲ ਗਾਂਧੀ ਨੇ ਵੀ ਕਿਹਾ ਵੀ ਚੌਂਕੀਦਾਰ ਚੋਰ ਆ। ਇੰਨੀਆਂ ਜਿਹੀਆਂ ਗੱਲਾਂ ਚੱਲਦੀਆਂ ਰਹੀਆਂ, ਤੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ, ਇਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਵੀ ਮੋਦੀ ਸਾਹਿਬ ਬਾਰੇ ਅਨਪੜ੍ਹ ਰਾਜਾ ਹੈ, ਬੇਵਕੂਫ ਆ, ਬਹੁਤ ਕੁਝ ਗੱਲਾਂ ਹੋਈਆਂ। ਤੇ ਇਸੇ ਤਰੀਕੇ ਨਾਲ ਜਿਹੜੀ ਆਪਾਂ ਗੱਲਾਂ ਕਰਦੇ ਹਾਂ, ਜੋ ਰਾਜਸੀ ਪਾਰਟੀਆਂ ਜੋ ਪਹਿਲਾਂ ਗੱਲਾਂ ਕਰਦੀਆਂ ਨਾ ਇਲੈਕਸ਼ਨ ਤੋਂ ਪਹਿਲਾਂ, ਉਹ ਗੱਲਾਂ ਹੋਰ ਹੁੰਦੀਆਂ। ਹੁਣ ਇਲੈਕਸ਼ਨ ਤੋਂ ਪਹਿਲਾਂ ਤਾਂ ਜਿਹੜੀਆਂ ਗੱਲਾਂ ਹੁੰਦੀਆਂ, ਅਸੀਂ ਪੰਜਾਬ ਨੂੰ ਇਹ ਬਣਾ ਦਾਂਗੇ, ਪੰਜਾਬ ਨੂੰ ਇਹ ਕਰ ਦਾਂਗੇ। ਹੁਣ ਮੈਨੂੰ ਦੱਸੋ ਵੀ ਕਿਹੜੀ ਪਾਰਟੀ ਆ ਜਿਹੜੀ ਪੰਜਾਬ ਦੇ ਹੱਕਾਂ ਦੇ ਲਈ ਲੜ ਰਹੀ ਆ? ਪੰਜਾਬ ਦੇ ਪਾਣੀਆਂ ਦੇ ਡਾਕਾ ਪੈ ਰਿਹਾ ਹੈ, ਪੰਜਾਬ ਦੇ ਜਿਹੜੀ ਰਾਜਧਾਨੀ ਆ ਚੰਡੀਗੜ੍ਹ ਸ਼ਰੇਆਮ ਖੋਹੀ ਜਾ ਰਹੀ ਆ, ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ, ਭਾਖੜਾ ਡੈਮ ਪ੍ਰੋਜੈਕਟ ਦਾ ਮਸਲਾ ਹੈ, ਨਿਤ ਨਵੇਂ ਸਵਾਲ ਖੜੇ ਹੋ ਰਹੇ ਆ, ਪਰ ਕੋਈ ਵੀ ਪਾਰਟੀ ਸਿੰਸੀਅਰਲੀ ਨਹੀਂ ਬੋਲ ਰਹੀ। ਚਿੱਠੀਆਂ ਲਿਖਣ ਤੱਕ, ਟਵੀਟਾਂ ਤੱਕ ਸੀਮਤ ਆ, ਤੇ ਉਸ ਤੋਂ ਵੱਧ ਕੁਝ ਨਹੀਂ ਹੈਗਾ। ਤੇ ਲੋਕ ਬਿਲਕੁਲ ਮਰ ਰਹੇ ਆ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈਗਾ। ਤੇ ਕੋਈ ਵੀ ਜਿਹੜੀ ਲੋਕ ਮੁੱਦੇ ਦੀ ਗੱਲ ਆ, ਜਿਹੜੀ ਹੋਣੀ ਚਾਹੀਦੀ ਆ, ਸਿੰਸੀਅਰਲੀ ਐਫਰਟ ਹੋਣੀ ਚਾਹੀਦੀ ਆ, ਉਹਦੇ ਬਾਰੇ ਸਾਰੇ ਚੁੱਪਾਂ। ਤੇ ਇਹ ਜਿਹੜੀਆਂ ਗੱਲਾਂ ਜਦੋਂ ਪਹਿਲਾਂ ਹੁੰਦੇ ਸੀਗੇ, ਪਹਿਲਾਂ ਅਜਿਹੀਆਂ ਪਾਰਟ ਇਦਾਂ ਵੀ ਕਹਿੰਦੇ ਸੀਗੇ ਵੀ ਜਦੋਂ ਕੋਈ ਨਵਾਂ ਇਨਕਲਾਬ ਵਾਲਾ ਆਪਣਾ ਆ ਰਿਹਾ ਸੀਗਾ, ਬਦਲਾਅ ਲਿਆਉਣ ਦੇ ਲਈ ਆਪਾਂ ਸਾਰੇ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਪਾਈ ਆ, ਵੀ ਕਿਸੇ ਕੋਲ ਸਿਕਿਉਰਿਟੀ ਨਹੀਂ ਹੋਣੀ ਚਾਹੀਦੀ, ਜਿਹੜੇ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਸੁਰੱਖਿਆ ਦਾ ਕਾਹਦਾ ਡਰ ਆ, ਦੂਜਿਆਂ ਦੀਆਂ ਸੁਰੱਖਿਆਵਾਂ ਤੇ ਤੰਜ ਕਰਦੇ ਸੀਗੇ, ਇਸ ਤਰ੍ਹਾਂ ਦੇ ਬੰਗਲੇ ਹੋਣੇ ਚਾਹੀਦੇ ਆ, ਇਹ ਆਮ ਘਰਾਂ 'ਚ ਰਹਿਣਾ ਚਾਹੀਦਾ। ਹੁਣ ਉਹ ਸਾਰੀਆਂ ਗੱਲਾਂ ਦੂਰ ਹੋ ਗਈਆਂ, ਦੂਜੀਆਂ ਪਾਰਟੀਆਂ ਦੇ ਇਹਨਾਂ 'ਚ ਵੀ ਕੋਈ ਫਰਕ ਨਹੀਂ ਰਿਹਾ, ਸਾਰਾ ਸਿਸਟਮ ਇੱਕੋ ਆ, ਸਾਰੇ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਆ। ਨਵਜੋਤ ਸਿੱਧੂ ਦੀ ਬਿਕਰਮ ਮਜੀਠੀਆ ਦੀ ਜਿਹੜੀ ਲੜਾਈ ਆ ਉਹ ਵੀ ਸਭ ਦੇ ਸਾਹਮਣੇ ਆ ਵਿਧਾਨ ਸਭਾ ਦੇ ਵਿੱਚ, ਤੇ ਬਿਕਰਮ ਮਜੀਠੀਆ ਦੀ ਤੇ ਗੁਰਜੀਤ ਰਾਣਾ ਦੀ ਵਿਧਾਨ ਸਭਾ ਦੇ ਵਿੱਚ ਲੜਾਈ, ਜਿਵੇਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ, ਉਹ ਵੀ ਸਭ ਦੇ ਸਾਹਮਣੇ ਆ। ਉਹ ਇਸ ਤਰ੍ਹਾਂ ਮਤਲਬ ਜਿਹੜਾ ਸਿਸਟਮ ਆ ਨਾ, ਇੱਕ ਜਿਹੜਾ ਕਹਿੰਦੇ ਆ ਨਾ, ਇੱਕ ਪੂਰਾ ਜਿਹੜਾ ਮੁਰਗੀ ਬਾਜ਼ਾਰ, ਇੱਕ ਜੰਗਲੀ ਸਿਸਟਮ ਜਾਂ ਇੱਕ ਜੰਗਲ ਵਾਲਾ ਰਾਜ, ਉਸ ਤਰ੍ਹਾਂ ਦਾ ਕੰਮ ਚੱਲ ਪਿਆ। ਕੋਈ ਵੀ ਜਿਹੜਾ ਜਿਵੇਂ ਇੱਕ ਬੱਚੇ ਲੜਦੇ ਹੁੰਦੇ ਆ ਕੁਰਸੀ ਦੇ ਅਰਾਊਂਡ ਦੀ, ਇੱਕ ਚੇਅਰ ਬਾਰੇ ਇੱਕ ਮਿਊਜ਼ਿਕ ਗੇਮ ਖੇਡਦੇ ਹੁੰਦੇ ਆ, ਉਹਦੇ ਆਲੇ ਦੁਆਲੇ ਸਿਰਫ ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ ਰਹਿਣ ਦੇ ਲਈ, ਵੀ ਜੇ ਮੈਂ ਇਹਨੂੰ ਕਹੂੰਗਾ ਤਾਂ ਲੋਕ ਕਹੂਗਾ ਬੜਾ ਤਗੜਾ ਬੁਲਾਰਾ ਹੈ, ਉਹਨੇ ਅੱਜ ਇਹ ਗੱਲ ਕਹਿਤੀ, ਉਹਨੇ ਇਹ ਕਹਿਤੀ, ਦੂਜੇ ਦੀ ਘਰ ਵਾਲੀ ਬਾਰੇ ਕਹਿਣਾ ਨਿੱਜੀ ਮਸਲਾ ਹੈ, ਕਿਸੇ ਦੇ ਉਸ ਬਾਰੇ ਕਹਿਣਾ, ਇਹ ਬਹੁਤ ਮਾੜੀਆਂ ਗੱਲਾਂ, ਇਹ ਨਹੀਂ ਹੋਣੀ ਚਾਹੀਦੀਆਂ। ਗੱਲ ਹੁਣ ਮਸਲਾ ਜਿਹੜਾ ਇਹ ਆ, ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ, ਇਸ ਸਮੇਂ ਪਾਣੀਆਂ ਦਾ ਮਸਲਾ ਹੈ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ, ਪੰਜਾਬੀਆਂ ਦੇ ਮਾਣ ਸਨਮਾਨ ਦਾ ਮਸਲਾ ਹੈ, ਤੇ ਅਮਨ ਕਾਨੂੰਨ ਦਾ ਮਸਲਾ ਹੈ, ਤੇ ਉਹ ਸਾਰਾ ਨਸ਼ਿਆਂ ਦਾ ਮਸਲਾ ਹੈ, ਬੇਰੁਜ਼ਗਾਰੀ ਦਾ ਮਸਲਾ ਹੈ, ਬਾਹਰੋਂ ਲਿਆ ਕੇ ਜਿਹੜੇ ਬੰਦੇ ਇੱਥੇ ਅਪਾਇੰਟ ਕੀਤੇ ਜਾ ਰਹੇ ਆ ਉਹਨਾਂ ਦਾ ਮਸਲਾ ਹੈ, ਪੰਜਾਬੀਆਂ ਨੂੰ ਫੈਕਟਰੀਆਂ ਦੇ ਵਿੱਚ ਕਿੰਨੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਤੇ ਬਾਹਰਲਿਆਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਉਹਦਾ ਮਸਲਾ ਹੈ, ਕਿੰਨੀ ਫੈਕਟਰੀ ਬਾਹਰ ਜਾ ਰਹੀ ਆ ਉਹਦਾ ਮਸਲਾ ਹੈ, ਤੇ ਜਿਹੜੀਆਂ ਫੈਕਟਰੀਆਂ ਇੱਥੇ ਆ ਵੀ ਰਹੀਆਂ ਉਹਨਾਂ 'ਚ ਪੰਜਾਬੀਆਂ ਦੀ ਭਰਤੀ ਕਿੰਨੀ ਹੋ ਰਹੀ ਆ, ਇਹ ਵੀ ਮਸਲਾ ਹੈ। ਇਹਨਾਂ ਮਸਲਿਆਂ ਬਾਰੇ ਅਸੀਂ ਚੁੱਪ ਹਾਂ। ਸਭ ਤੋਂ ਜ਼ਿਆਦਾ ਚੁੱਪ ਅਸੀਂ ਇਹ ਆ ਕਿ ਜਿਹੜਾ ਪੰਜਾਬੀ ਜਿਹੜਾ ਸੱਭਿਆਚਾਰ ਆ, ਜਿਹੜੀ ਪੰਜਾਬੀ ਬੋਲੀ ਆ, ਉਹਨੂੰ ਖਤਮ ਕੀਤੇ ਜਾਣ ਦੀ ਕੋਸ਼ਿਸ਼ ਹੋ ਰਹੀ ਆ। ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਸੇ ਸਮੇਂ ਪਿੱਛੇ ਜੇ ਕਿਹਾ ਸੀਗਾ ਵੀ ਫਲਾਣੇ ਮਹੀਨੇ ਦੀ ਫਲਾਣੀ ਤਰੀਕ ਤੱਕ ਜੇਕਰ ਪੰਜਾਬੀ ਭਾਸ਼ਾ ਦੇ ਵਿੱਚ ਦੁਕਾਨਾਂ ਦੇ ਬਾਹਰ, ਦਫ਼ਤਰਾਂ ਦੇ ਬਾਹਰ ਅਤੇ ਬਾਜ਼ਾਰਾਂ 'ਚ, ਸ਼ਹਿਰਾਂ 'ਚ ਨਾ ਲਿਖੇ ਗਏ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਤੁਸੀਂ ਜਾ ਕੇ ਚਾਹੇ ਪਟਿਆਲੇ ਦਾ ਗੇੜਾ ਮਾਰ ਲਓ, ਚਾਹੇ ਲੁਧਿਆਣੇ ਦਾ ਮਾਰ ਲਓ, ਚਾਹੇ ਜਲੰਧਰ ਦਾ, ਜਿਹੜੇ ਮਰਜ਼ੀ ਸ਼ਹਿਰ ਦਾ ਮਾਰ ਲਓ, ਜਿਹੜੇ ਮਰਜ਼ੀ ਦਫ਼ਤਰ ਦਾ ਮਾਰ ਲਓ, ਜਾ ਕੇ ਦੇਖੋ ਕਿ ਪੰਜਾਬੀ ਦੁਕਾਨਾਂ ਦੇ ਬਾਹਰ ਜਾਂ ਦਫ਼ਤਰਾਂ ਦੇ ਬਾਹਰ ਲਿਖੀ ਗਈ, ਨਹੀਂ ਲਿਖੀ ਗਈ। ਇਹ ਮੈਂ ਮੰਨਦਾ ਵੀ ਜੇ ਅੱਜ ਮੁੱਖ ਮੰਤਰੀ ਸਾਹਿਬ ਨੂੰ ਪਾਣੀਆਂ ਦੇ ਮਸਲਿਆਂ ਦੇ ਵਿੱਚ ਆਪੋਜੀਸ਼ਨ ਦੀ ਲੋੜ ਆ, ਆਪੋਜੀਸ਼ਨ ਨੂੰ ਨਾਲ ਖੜਨਾ ਚਾਹੀਦਾ ਹੈ। ਇਹ ਆਪਾਂ ਨੂੰ ਜਿਹੜੀ ਛੋਟੀ ਮੋਟੀ ਨਾ ਬੱਚਿਆਂ ਵਾਲੀ ਰਾਜਨੀਤੀ ਆ, ਸਕੂਲਾਂ ਦੇ ਬੱਚੇ ਜਿਵੇਂ ਲੜਦੇ ਆ, ਜਿਵੇਂ ਕਾਲਜਾਂ 'ਚ ਛੇੜ ਰੱਖਤੀ, ਉਹਦਾ ਨਾਂ ਰੱਖਤਾ, ਇਹ ਕੰਮ ਬੰਦ ਹੋਣਾ ਚਾਹੀਦਾ ਹੈ। ਬਰਾੜ ਸਾਹਿਬ ਕੀ ਮਿਲਿਆ ਕਰ ਗਏ, ਫਿਰ ਕਹਿੰਦੇ
ਘਟ ਰਿਹਾ ਕੀ ਪਿਆ ਕੀ ਮਿਲਿਆ ਟਵੀਟ ਦਾ ਗਰਾਊਂਡ ਹੋ ਰਿਹਾ ਇਹ ਬਿੱਲ ਲਿਖਤੀ ਹੈ ਜੀ ਇਹਨੂੰ ਝੰਡੇ ਨਾਲ ਲਈ ਤੇ ਨਿਕਲੂ ਕੀ ਜਿਵੇਂ ਪਹਿਲਾਂ ਇੱਕ ਲੰਬੀ ਲਿਸਟ ਹੈ ਮੈਂ ਉਹਦੇ ਹੁਣ ਕਿੱਥੇ ਕਿੱਥੇ ਤੱਕ ਉਹ ਜਾਵਾਂ ਕਿਉਂ ਨਹੀਂ ਹੋ ਰਿਹਾ ਵਿਰੋਧ ਜੇ ਕਹਿੰਦੀਆਂ ਨੇ ਪਾਰਟੀਆਂ ਵੀ ਆਪਾਂ ਇਹ ਕਰ ਲਈਏ ਮਾਨ ਸਾਹਿਬ ਕਹਿੰਦੇ ਇਹ ਤਾਂ ਉਹ ਨੇ ਜਿਨ੍ਹਾਂ ਨੇ ਆਪ ਲੈਟਰ ਲਿਖੀ ਸੀ ਤੇ ਭਾਈ ਤੁਸੀਂ ਸਰਬ ਪਾਰਟੀ ਜਿਹੜੇ ਪੰਜਾਬ ਦੇ ਹਿੱਤਾਂ ਲਈ ਇਕੱਠੇ ਹੋ ਕੇ ਕਦੋਂ ਲੜੇਗੇ ਕੌਣ ਲੜੂਗਾ ਸ਼ਾਇਦ ਇਹ ਪਤਾ ਲੱਗ ਚੁੱਕਿਆ ਹੈ ਅੱਜ ਮੈਂ ਸਵੇਰ ਵਾਲੇ ਪ੍ਰੋਗਰਾਮ 'ਚ MK ਸਟਾਲਿਨ ਦੀ ਐਗਜ਼ਾਮਪਲ ਦਿੱਤੀ ਸੀ ਸਿਰਫ ਇੱਕ ਦਹੀਂ ਦੇ ਪੈਕਟ ਤੇ ਦਹੀਂ ਲਿਖਿਆ ਸੀ ਹਿੰਦੀ 'ਚ ਔਰ ਤੁਸੀਂ ਦੇਖੋ ਤਾਮਿਲਨਾਡੂ 'ਚ ਕਿੰਨਾ ਰੌਲਾ ਪਿਆ ਸੀ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਸੀ ਬਹੁਤ ਸਾਰੀਆਂ ਗੱਲਾਂ ਅਜੀਤ ਸਿੰਘ ਬਰਾੜ ਨੇ ਖੜੀਆਂ ਕਰਤੀਆਂ ਅਸੀਂ ਚਾਹੁੰਦੇ ਮਸਲਿਆਂ ਤੇ ਗੱਲ ਹੋਵੇ ਪਰ ਅਸੀਂ ਗਾਲਾਂ ਤੇ ਗੱਲ ਕਰ ਰਹੇ ਹਾਂ ਇੱਕ ਬ੍ਰੇਕ ਲੈ ਲਈਏ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਛਾਬੜਾ ਸਾਹਿਬ ਤੁਸੀਂ ਤਾਂ ਸ਼ਾਇਰ ਹੋ ਇੱਕ ਕਲਾਕਾਰ ਹੋ कहते हैं ना ताड़ने वाले क़यामत पे नजर रखते हैं की है थोड़ी नजर जो कुछ चल रहा है प्रमोद छाबड़ा जी वालिया साहब सारे पैनलिस्ट ने इस टॉपिक के ऊपर गल कर ली है कि जो भी भाषा की मर्यादा है वो किते ना किते बड़ी निचले स्तर पर आ गई है सारे विद्वान साथी बैठे हैं सनी आलूवालिया जी ने बड़ी अच्छी गल कही कि तुसीं साडियां गारंटियां ते गल करो तुसीं साडे उस पॉइंट ते गल करो मुख मंत्री का जिहड़ा स्थान है बड़ा माणयोग स्थान हुंदा है चाहे उत्थे कोई नवा बंदा आवे चाहे सीनियर साडे प्रकाश सिंह बादल होने रहे हैं वो होण कोई भी बैठा होवे मुख मंत्री जिहड़ा है वो किसी पार्टी का नहीं हुंदा पंजाब का हुंदा और पूरी जनता का हुंदा और पूरी जनता का फर्ज बनता है कि उनका सम्मान करे क्योंकि वो एक एसेट है पूरी पंजाब का जनता का प्रतिनिधि है तो इहो जी भाषा के उपर जो भी सारे सज्जनां ने टिप्पणियां कीतियां भी वो नहीं होनी चाहिए वाकई गल करदा मैं उहदे नाल सहमत हाँ दूसरी गल है भी अज इस ट्वीट तो बाद पब्लिक के उपर की गल क्या क्योंकि मेरी कई लोगों नाल अज मेरे को लगभग 145 मैसेज आए हैं जी इस पॉइंट को लैके और मैं 145 मैसेज विचों 20 लोगों को कॉल भी की और क्योंकि उन्होंने पता है भी मैं शाम को किसी ना किसी चैनल पर आप बैठ के गलबात करते हैं उन्होंने सारे ने जी एक भी बंदे ने इस चीज़ की तारीफ नहीं की हालांकि वड्डे बादल साहब का मैं खुद बड़ा उन्होंने कदरदान रहा मैं उन्होंने बड़ी रिस्पैक्ट करता सी साडे लीडर रहे हैं चाहे वो कैप्टन अमरिंदर साहब होण चाहे चरणजीत सिंह चन्नी होण कोई भी होण सारिਆਂ ਦੀ ਜਿਹੜੀ जिस वे मुख मंत्री या किसी संविधानिक पद ते पहुंच जाते हैं ਅਸੀਂ ਸਾਰੇ ਉਹਨਾਂ ਦੀ ਇੱਜ਼ਤ ਕਰਦੇ ਹਾਂ लेकिन ਅੱਜ ਦੇ ਇਸ ਪੂਰੇ सोशल मीडिया ਦੇ ਵਿੱਚ ਜਿਹੜੇ ਮੇਰੇ ਕੋਲ ਮੈਸੇਜ ਆਏ ਹੈ ਉਹਦੇ ਵਿੱਚ ਕਿਸੇ ਨੇ ਵੀ ਇਸ ਚੀਜ਼ ਦੀ ਤਾਰੀਫ ਨਹੀਂ ਕੀਤੀ ਔਰ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਚੀਜ਼ ਨੂੰ ਜਿਹੜਾ ਰਾਜਨੀਤੀ ਦਾ ਗਿਰਦਾ ਹੋਇਆ ਮਿਆਰ ਹੈ ਜਿਹੜਾ ਉਹਦੇ ਉੱਪਰ ਤੁਸੀਂ ਆਪਣਾ ਸਾਡਾ ਸਾਰਿਆਂ ਵੱਲੋਂ ਤੁਸੀਂ ਇੱਕ ਵਿਰੋਧ ਦਰਜ ਕਰਾਣਾ ਵੀ ਇਹ ਜਿਹੜੀ ਚੀਜ਼ ਹੈ ਨਹੀਂ ਚਾਹੀਦੀ ਔਰ ਇਹ ਮੈਂ ਤੁਹਾਨੂੰ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਜਨਤਾ ਦੇ ਵਿੱਚ ਇਹਦਾ ਕੀ ਇੰਪੈਕਟ ਗਿਆ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਇਸੇ ਸੀਟ ਦੇ ਵਾਸਤੇ ਖੁਆਬ ਦੇਖ ਰਹੇ ਆ ਮਿਹਨਤ ਵੀ ਕਰ ਰਹੇ ਉਹਨਾਂ ਦੀ ਪਾਰਟੀ ਵੀ ਲੱਗੀ ਹੋਈ ਉਹਨਾਂ ਦੀ ਟੀਮ ਵੀ ਲੱਗੀ ਔਰ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਲੱਗੇ ਹੋਏ ਆ ਲੇਕਿਨ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜੇ ਹੋ ਕੇ ਇਹ ਗੱਲ ਕਹਿ ਦੇਣਾ ਇਹ ਕਿਤੇ ਨਾ ਕਿਤੇ ਡਬਲ ਇੱਕ ਤਰ੍ਹਾਂ ਦਾ ਜਿਹੜਾ ਹੈ ਵੀ ਉਹ ਤਕਲੀਫ ਦੇਣ ਵਾਲੀ ਗੱਲ ਸੀ ਸੋ ਇਹ ਜਿਹੜੀ ਚੀਜ਼ ਹੈ ਵਾਲੀਆ ਸਾਹਿਬ ਬਿਲਕੁਲ 100% ਸਹਿਮਤ ਹੈ ਦੇਖੋ ਕਰਨਾਟਕਾ ਦੀ ਗੱਲ ਕਰ ਰਹੇ ਸੀ ਕਰਨਾਟਕਾ ਦੀ ਗੱਲ ਇੱਕ ਸਰਵੇ ਆਇਆ ਮੈਂ ਤੁਹਾਨੂੰ ਭੇਜ ਵੀ ਦਿਆਂਗਾ ਤੁਸੀਂ ਦੇਖਣਾ ਹੋ ਉਹਦੇ ਵਿੱਚ ਕੀ ਹੈ ਕਿ ਜਿਸ ਵਕਤ ਖੜਗੇ ਸਾਹਿਬ ਨੇ ਗੱਲ ਕਹੀ ਹੈ ਕਿ ਇਹ ਜ਼ਹਿਰੀਲਾ ਸੱਪ ਹੈ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਵਾਸਤੇ ਉਸ ਤੋਂ ਬਾਅਦ ਜਿਹੜਾ ਇੱਕ ਚੇਂਜ ਆਇਆ ਵੋਟਿੰਗ ਦੇ ਵਿੱਚ ਔਰ 45 ਤੋਂ ਲੈ ਕੇ 50 ਤੱਕ ਦੀਆਂ ਸੀਟਾਂ ਐਸੀਆਂ ਬੀਜੇਪੀ ਦੀਆਂ ਨੇ ਜਿਹੜੀਆਂ ਸਿਰਫ 1000 1200 1500 ਤੇ 2000 ਦੇ ਮਾਰਜਨ ਤੱਕ ਜਿਹੜੀਆਂ ਸੀਟਾਂ ਹਾਰੀਆਂ ਨੇ ਔਰ ਇਸ ਚੀਜ਼ ਦਾ ਫਰਕ ਸੀ ਹੋ ਸਕਦਾ ਅਗਰ ਇਹ ਗੱਲ ਨਾ ਕਹਿੰਦੇ ਤੇ ਇਹਦਾ ਜਿਹੜਾ ਮੈਂਡੇਟ ਸੀ ਕਾਂਗਰਸ ਦਾ ਹੋਰ ਵੀ ਵੱਧਦਾ ਸੋ ਇਹ ਜਿਹੜੀ ਸ਼ਬਦਾਂ ਦੀ ਹੈ ਨਾ ਤੁਸੀਂ ਦੇਖੋ ਅੱਜ ਜਨਤਾ ਉਹ ਨਹੀਂ ਹੈ ਵੀ ਜਿਹੜੀ ਜਿਵੇਂ ਤੁਸੀਂ ਕਹਿ ਦਿੱਤਾ ਤੁਹਾਡੇ ਪਿੱਛੇ ਲੱਗ ਗਈ ਹਾਂਜੀ ਅਸੀਂ ਤਾਂ ਬਾਦਲ ਸਾਹਿਬ ਜਿੱਦਾਬਾਦ ਹੀ ਕਰਨੀ ਹੈ ਐਸਾ ਕੁਝ ਨਹੀਂ ਹੈ ਸਾਡਾ ਜਿਹੜਾ ਹੈ 25% ਤੋਂ ਉੱਪਰ ਦਾ ਵੋਟਰ ਜਿਹੜਾ ਹੈ ਉਹ ਨਿਊ ਵੋਟਰ ਹੈ 18 ਸਾਲਾਂ ਦੀ ਜਿਹੜੇ ਵੋਟਿੰਗ ਰਾਈਟਸ ਹੈ ਜਿਹੜੇ ਮਿਲੇ ਹੋਏ ਹੈ
ਉਸ ਤੋਂ ਉੱਪਰ ਦਾ ਵੋਟਰ ਹੈ। ਔਰ ਉਹ ਬੱਚੇ ਜਿਹੜੇ ਹੈ ਨਾ ਉਹ ਕਿਸੇ ਪਿੱਛੇ ਨਹੀਂ ਲੱਗਦੇ ਔਰ ਆਪਦੇ ਦਿਮਾਗ ਨਾਲ ਸੋਚ ਕੇ ਵੋਟਿੰਗ ਕਰਦੇ ਆ। ਕੁਛ ਇੱਕ ਐਸੇ ਅਧਿਕਾਰ ਦਿੱਤੇ ਗਏ ਹੈ ਲੋਕਾਂ ਨੂੰ। ਲੋਕ ਅੱਜ ਕੱਲ੍ਹ ਜਿਹੜਾ ਕਾਡਰ ਅਸੀਂ ਗਿਣਦੇ ਸੀ ਨਾ, ਉਹ ਕਾਡਰ ਹੌਲੀ ਹੌਲੀ ਘਟਦਾ ਜਾਂਦਾ ਸੀ। ਅਗਰ ਘਟਦਾ ਨਾ ਤੇ 2 ਤੋਂ 300 ਤੇ ਬੀਜੇਪੀ ਨਹੀਂ ਆਉਂਦੀ ਸੀ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਸ ਚੀਜ਼ ਦਾ ਅਸਰ ਅੱਜ ਦੀ ਜਿਹੜੀ ਹੈ ਜਨਤਾ ਦੇ ਉੱਪਰ, ਅੱਜ ਦੀ ਖਾਸ ਕਰਕੇ ਯੁਵਾ ਪੀੜ੍ਹੀ ਲੜਕੇ ਦੇ ਉੱਪਰ ਜਿਹੜੀ ਪੈਂਦੀ ਹੈ, ਉਹਦਾ ਨੁਕਸਾਨ ਕਿਤੇ ਨਾ ਕਿਤੇ ਸਾਨੂੰ ਭੁਗਤਣਾ ਪੈਂਦਾ ਹੈ। ਸੋ ਇਹੋ ਜਿਹੀਆਂ ਚੀਜ਼ਾਂ ਦੇ ਉੱਪਰੋਂ ਜੀ ਛਾਬੜਾ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ। ਵੈਸੇ ਜਿਹੜੀ ਨਵੀਂ ਪੀੜ੍ਹੀ ਨੂੰ ਪੁਰਾਣੇ ਲੈਕਚਰ ਵਾਜਪਾਈ ਸਾਹਿਬ ਦਾ, ਈਵਨ ਚ ਪੰਜਾਬ ਵਾਲਿਆਂ ਨੂੰ, ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਦੇ ਮੈਂ ਨਹੀਂ ਦੇਖਿਆ ਇੱਕ ਦੂਜੇ ਨਾਲ ਉਲਝਦੇ ਹੋਏ। ਨੈਸ਼ਨਲ ਲੈਵਲ ਤੇ ਸਾਡੇ ਕੋਲ ਵੱਡੇ ਲੀਡਰ ਰਹੇ ਨੇ, ਲੰਬੀ ਉਮਰ ਉਹਨਾਂ ਨੇ ਜਿਹੜੀ ਹੈ ਆਪਣੀ ਲੋਕ ਸਭਾ ਚ ਗੁਜ਼ਾਰੀ ਹੈ, ਤੇ ਉਹਨਾਂ ਨੂੰ ਸੁਣਿਆ ਜਾ ਸਕਦਾ। ਇਸ ਤਰ੍ਹਾਂ ਦੀ ਗੱਲ ਨਹੀਂ। ਇਹ ਜਿਹੜੇ ਸ਼ਬਦ ਹੁੰਦੇ ਨੇ, ਇਹ ਜਿਹੜੀ ਜ਼ੁਬਾਨ ਹੁੰਦੀ ਹੈ, ਚੋਂ ਬਾਣੀ ਵੀ ਨਿਕਲਦੀ ਹੈ ਤੇ ਬਾਣ ਵੀ ਨਿਕਲਦੇ ਨੇ। ਅੱਜ ਕੱਲ੍ਹ ਬਾਣ ਜ਼ਿਆਦਾ ਚੱਲਦੇ ਨੇ, ਤੇ ਬਾਣ ਦਾ ਮਤਲਬ ਇਹ ਹੈ, ਸਾਨੂੰ ਤਾਂ ਮਹਾਭਾਰਤ ਨੇ ਸਿਖਾਇਆ, ਇੱਕ ਸ਼ਬਦ ਨੇ, ਇੱਕ ਅੱਧੇ ਵਾਕ ਨੇ ਅੰਨੇ ਦਾ ਪੁੱਤਰ ਨਾ ਮਹਾਭਾਰਤ ਕਰਾਤੀ ਸੀ, ਤੇ ਇੱਕ ਵਾਕ ਨੇ ਜਿਹੜਾ ਸ਼ੇਰ ਮੁਹੰਮਦ ਖਾਨ ਦੇ ਨੇ ਫਤਿਹਗੜ੍ਹ ਸਾਹਿਬ ਸਿਰਫ ਇੰਨੇ ਕਿਹਾ ਸੀ ਨਾ, ਬਦਲਾ ਲਵਾਂਗੇ ਗੁਰੂ ਗੋਬਿੰਦ ਸਿੰਘ ਤੋਂ ਲਵਾਂਗੇ। ਇਹ ਬੱਚਿਆਂ ਦਾ ਕੀ ਕਸੂਰ ਹੈ? ਅਸੀਂ ਉਹਨੂੰ ਹਾਂ ਦਾ ਨਾਰਾ ਸਮਝ ਕੇ ਹੁਣ ਤੱਕ ਸੀਨੇ ਦੇ ਨਾਲ ਲਾਈ ਬੈਠੇ ਆ। ਇਹ ਹੈ ਸ਼ਬਦਾਂ ਦੀ ਪਾਵਰ। ਇੱਕ ਦੂਜੇ ਤੇ ਜਿਹੜਾ ਕੁਝ ਹੋ ਰਿਹਾ ਹੈ, ਇਹ ਤਾਂ ਬਹੁਤ ਬਚਣ ਦੀ ਲੋੜ ਹੈ। ਬਿਲਕੁਲ ਪ੍ਰਮੋਦ ਛਾਬੜਾ ਜੀ ਠੀਕ ਕਹਿ ਰਹੇ ਸੀ। ਸਨੀ ਆਹਲੂਵਾਲੀਆ ਜੀ, ਦੇਖੋ ਇੱਦਾਂ ਹੈ ਜੀ ਕਿ ਅਸੀਂ ਬਿਲਕੁਲ ਸਾਰਿਆਂ ਨਾਲ ਸਹਿਮਤ ਹਾਂ। ਕੋਈ ਕਿ ਵੀ ਵਰਡਸ ਬੜੇ ਇੰਪੋਰਟੈਂਟ ਹੁੰਦੇ ਨੇ। ਮੁੱਖ ਮੰਤਰੀ ਬਾਰੇ ਇਹੋ ਜਿਹੇ ਲਫ਼ਜ਼ ਕਹਿੰਦੇ, ਏਜੰਡਾ ਦੀ ਗੱਲ ਕਰੀਏ, ਆਪਣੀ ਗੱਲ ਕਰੀਏ, ਜਿਵੇਂ ਭਾਰਤੀ ਜਨਤਾ ਪਾਰਟੀ ਨੇ ਐਗਜ਼ਾਮਪਲ ਦਿੱਤਾ। ਭਾਰਤੀ ਜਨਤਾ ਪਾਰਟੀ ਕਹਿੰਦੀ ਆਈਡੀਅਲਿਜ਼ਮ ਕੀ ਹੁੰਦਾ? ਅੱਜ ਭਾਰਤੀ ਜਨਤਾ ਪਾਰਟੀ ਦੇ ਅੰਦਰ ਜ਼ਿਆਦਾਤਰ ਲੀਡਰਸ ਕਾਂਗਰਸ ਤੋਂ ਆਏ ਨੇ। ਕੀ ਆਈਡੀਅਲਿਜ਼ਮ ਹੈ? ਤੁਸੀਂ ਵੀ ਵਾਲੀਆ ਸਾਹਿਬ ਇਸ ਤੋਂ ਡਿਬੇਟ ਸ਼ੁਰੂ ਕੀਤੀ ਸੀ ਵੀ ਆਈਡੀਅਲਿਜ਼ਮ ਕੀ ਹੈ, ਸਾਡੇ ਕਰੈਕਟਰਸ ਕੀ ਨੇ, ਅਸੀਂ ਕਿਹੜੇ ਪਾਸੇ ਲੈ ਕੇ ਜਾ ਰਹੇ ਹਾਂ। ਅਗਰ ਅਸੀਂ ਅੱਜ ਆਮ ਆਦਮੀ ਪਾਰਟੀ ਨਾਲ ਜੁੜੇ ਹਾਂ ਔਰ ਕੱਲ ਸਾਨੂੰ ਲੱਗਦਾ ਕਿ ਕਿਸੇ ਹੋਰ ਦੀ ਸਰਕਾਰ ਆ ਰਹੀ, ਅਸੀਂ ਆਮ ਆਦਮੀ ਪਾਰਟੀ ਛੱਡ ਕੇ ਦੂਜੀ ਸਰਕਾਰ 'ਚ ਚਲੇ ਜਾਈਏ, ਇਹ ਸਾਡਾ ਆਈਡੀਅਲਿਜ਼ਮ। ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨਾਲ ਜੁੜੇ ਸੀਗੇ, ਆਪਣੀ ਸਾਰੀ ਚੀਜ਼ਾਂ ਛੱਡ ਕੇ। ਇਸ ਕਰਕੇ ਉਸ ਪਾਰਟੀ ਨੂੰ ਆਈਡੀਅਲਿਜ਼ਮ ਦੀ ਗੱਲ ਕਰਨੀ ਚਾਹੀਦੀ ਹੈ, ਜਿਹੜੀ ਦੂਜੀ ਪਾਰਟੀ ਤੋਂ ਕਹਿੰਦੀ ਹੋਏ, ਰਿਸਟ੍ਰਿਕਸ਼ਨ ਲਾਉਂਦੀ ਹੋਏ। ਅਸੀਂ ਅੱਜ ਇਹ ਸਾਡੇ ਤੇ ਅਟੈਕ ਕਰਦੇ ਆ ਕਿ ਜੀ ਤੁਹਾਡੇ ਕੋਲ ਕਿੱਥੋਂ ਦੇ ਕੈਂਡੀਡੇਟਸ ਨੇ, ਕਿਹੜੀ ਪਾਰਟੀਆਂ ਦੇ ਨੇ। ਅਸੀਂ ਤੇ ਅੱਜ ਵੀ ਕਹਿੰਦੇ ਆ, ਅਰਵਿੰਦ ਕੇਜਰੀਵਾਲ ਜੀ ਅੱਜ ਵੀ ਕਹਿੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਸਾਫ਼ ਸੁਥਰੇ ਲੋਕੀ ਪੋਲਿਟਿਕਸ ਚਾਹਣ। ਅਸੀਂ ਕਾਂਗਰਸ ਨੂੰ ਸਵਾਲ ਪੁੱਛਦੇ ਹਾਂ ਵਾਰ-ਵਾਰ ਕਿ ਦੱਸੋ, ਜਦ ਅਸੀਂ ਮਾਫੀਆ ਬਾਰੇ ਗੱਲ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛਦੇ ਹਾਂ, ਭਾਰਤੀ ਜਨਤਾ ਪਾਰਟੀ, ਅਸੀਂ ਮਾਫੀਆ ਬਾਰੇ ਜਦ ਗੱਲ ਕਰਦੇ ਹਾਂ ਤੇ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਕਿ ਪੋਲੀਟੀਕਲ ਗੰਟ ਹੈ? ਅੱਜ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਜੀ ਨੂੰ ਅੰਦਰ ਕਰਨ ਦਾ ਰੀਜ਼ਨ ਕੀ ਹੈ? ਦੱਸੋ, ਕੀ ਉਹਨਾਂ ਦੇ ਅਗੇਂਸਟ ਲੱਭਿਆ ਇਹਨਾਂ ਨੂੰ? ਅੱਜ ਇਹ ਗੱਲ ਕਰ ਰਹੇ ਸੀ ਐਕਸਾਈਜ਼ ਪਾਲਿਸੀ ਦੇ ਖਿਲਾਫ ਗੱਲ ਕਰ ਰਹੇ ਸੀ। ਐਕਸਾਈਜ਼ ਪਾਲਿਸੀ ਅੰਦਰ ਕਮੀ ਕੀ ਹੈ? ਸਾਨੂੰ ਦੱਸੋ, ਕਿਹੜੇ ਐਮਐਲਏ ਨੇ, ਕਿਹੜੇ ਮੰਤਰੀ ਨੇ ਐਕਸਾਈਜ਼ ਪਾਲਿਸੀ ਦਾ ਫਾਇਦਾ ਚੁੱਕਿਆ? ਕਿਹੜੇ ਬੰਦੇ ਨੂੰ ਅਸੀਂ ਠੇਕੇ ਦਿੱਤੇ ਨੇ? ਇਹ ਸਾਰੀਆਂ ਗੱਲਾਂ ਚੈਨਲਸ ਤੇ ਬੈਠ ਕੇ ਉਹ ਲੋਕ ਕਰ ਰਹੇ ਨੇ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਭਰਾਵਾਂ ਦੋਸਤਾਂ ਨੂੰ ਬੈਨੀਫਿਟ ਦਿੰਦੇ ਰਹੇ। ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਜਦ ਮੈਂ ਮੈਂਬਰ ਪਾਰਲੀਮੈਂਟ ਬਣਿਆ ਤਦ ਮੇਰੀ ਜਿਹੜੀ ਇਨਕਮ ਟੈਕਸ ਰਿਟਰਨ ਹੁੰਦੀ ਹੈ ਉਹ ਘਟਦੀ ਚਲੀ ਗਈ, ਮੈਂ ਸੇਵਾ ਕਰਨ ਲਈ ਬਣਿਆ ਸੀ। ਪਰ ਇਹਨਾਂ ਦੀ ਜਿਹੜਾ ਵੀ ਬੰਦਾ ਇੱਕ ਵਾਰੀ ਇਲੈਕਸ਼ਨ ਲੜ ਜਾਂਦਾ ਹੈ, ਉਹਦੀ ਇਨਕਮ ਟੈਕਸ ਰਿਟਰਨ ਵੱਧ ਕਿਵੇਂ ਜਾਂਦੀ ਹੈ? ਸਾਨੂੰ ਤਾਂ ਅੱਜ ਤੱਕ ਇਹ ਨਹੀਂ ਸਮਝ ਆਈ। ਜਿਹੜੀ ਸਾਡੀ ਸੈਲਰੀਜ਼ ਨੇ ਵਾਲੀਆ ਸਾਹਿਬ, ਮੈਂ ਇੱਕੋ ਗੱਲ ਕਰ ਰਹੇ ਹੋ ਸਨੀ ਆਹਲੂਵਾਲੀਆ ਜੀ, ਤੁਹਾਡੇ ਤੇ ਵੀ ਤੁਹਾਡੀ ਪਾਰਟੀ ਤੋਂ ਲੱਗਦਾ ਹੈ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਤੁਹਾਡੇ ਮੁਕਤਸਰ ਦੇ ਐਮਐਲਏ ਨੇ 13 ਲੱਖ ਭਰਿਆ ਸੀ ਐਫੀਡੈਵਿਟ ਦੇ ਵਿੱਚ, 43 ਲੱਖ ਦੀ ਗੱਡੀ ਕਿੱਥੋਂ ਆ ਗਈ? ਇਹ ਵੀ ਸਵਾਲ ਚੱਕ ਰਹੇ ਨੇ। ਜਿਵੇਂ ਚਰਨਜੀਤ ਚੰਨੀ ਕਹਿੰਦੇ ਮੈਨੂੰ ਤਾਂ ਫਸਾਇਆ ਜਾ ਰਿਹਾ ਹੈ ਕਿ ਜੀ ਤੁਸੀਂ ਐਕਸਾਈਜ਼ ਪਾਲਿਸੀ 6 ਬੰਦਿਆਂ ਨੂੰ ਫਾਇਦਾ ਪਹੁੰਚਾਇਆ, ਜਿਹੜਾ ਐਲਬਨ ਦਾ ਲਾਇਸੈਂਸ ਹੈ। ਇਹ ਜਿਹੜੀਆਂ ਗੱਲਾਂ ਨੇ ਇਹ ਹੋਣਗੀਆਂ। ਘੱਟੋ ਘੱਟ ਦੀ ਜ਼ਬਾਨ ਤੁਸੀਂ ਹੁਣ ਠੀਕ ਕਰ ਰਹੇ ਹੋ। ਤੁਸੀਂ ਜੇ ਕਿਸੇ ਨੂੰ ਤਰਕੜਾ ਕੱਟਣਾ ਹੈ ਤਾਂ ਤੁਸੀਂ ਉਹਦਾ ਜਵਾਬ ਦਿਓ, ਤੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਲੋਕਾਂ ਦੇ ਸਾਹਮਣੇ ਦੀ ਤੁਸੀਂ ਲੋਕਾਂ ਦੀ ਕਚਹਿਰੀ 'ਚ ਪੇਸ਼ ਹੋ ਸਕਦੇ। ਸਿੱਖਾਂ ਵਾਲਾ ਸਾਹਿਬ, ਮੇਰਾ ਖਿਆਲ ਹੈ ਕਿ ਤੁਸੀਂ ਇਹਦਾ ਜਵਾਬ ਦਿਓਗੇ। ਸਨੀ ਆਹਲੂਵਾਲੀਆ ਜੀ ਨੇ ਜੋ ਮਸਲੇ ਖੜੇ ਕੀਤੇ ਨੇ, ਕਿ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਉਹ ਬਿਲਕੁਲ ਸਹੀ ਗੱਲ ਢੁਕਦੀ ਹੈ। ਔਰ ਜਿਹੜੀ ਉਪਜੀਤ ਸਿੰਘ ਬਰਾੜ ਹੋਰਾਂ ਨੇ ਜਿਹੜੇ ਮੁੱਦੇ ਚੱਕੇ ਆ, ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ, ਬੜੇ ਉਹਨਾਂ ਨੇ ਵਾਜਬ ਤਰੀਕੇ ਦੇ ਨਾਲ ਬਹੁਤ ਹੀ ਜਾਇਜ਼ ਗੱਲਾਂ ਸਾਰੀਆਂ ਉਹਨਾਂ ਨੇ ਕੀਤੀਆਂ। ਉਹ ਜਾਇਜ਼ ਮੁੱਦੇ ਆ ਪੰਜਾਬ ਦੇ, ਜਿਨ੍ਹਾਂ ਤੋਂ ਧਿਆਨ ਭਟਕਾਉਣ ਵਾਸਤੇ ਜਿਹੜੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵਾਰ-ਵਾਰ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦੇ ਆ। ਬਿਲਕੁਲ ਪ੍ਰਮੋਦ ਛਾਬੜਾ ਜੀ ਨੇ ਜਿਹੜੀ ਗੱਲ ਕੀਤੀ ਹੈ, ਭਾਸ਼ਾ ਦੀ ਮਰਿਆਦਾ ਮੁੱਖ ਮੰਤਰੀ ਦੇ ਖਿਲਾਫ ਰੱਖਣੀ ਚਾਹੀਦੀ ਹੈ, ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ, ਪਰ ਮੁੱਖ ਮੰਤਰੀ ਨੂੰ ਵੀ ਭਾਸ਼ਾ ਦੀ ਮਰਿਆਦਾ ਰੱਖਣੀ ਚਾਹੀਦੀ ਹੈ। ਉਹ ਵੀ ਜਿਹੜੇ ਵਿਰੋਧੀਆਂ ਦੇ ਖਿਲਾਫ ਆਪਣੀ ਭਾਸ਼ਾ ਵਰਤਦੇ ਆ, ਮੁੱਖ ਮੰਤਰੀ ਵਾਲੀ ਭਾਸ਼ਾ ਨਹੀਂ। ਉਹ 3 ਕਰੋੜ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ,
ਉਹਨਾਂ ਨੂੰ ਸਾਰੇ ਲੋਕਾਂ ਦਾ ਰੱਖਣਾ ਚਾਹੀਦਾ। ਔਰ ਅਸਲੀ ਗੱਲ ਇਹ ਹੈ ਜਿਹੜੀ MOU ਕੀਤਾ ਉਹਨਾਂ ਨੇ ਦਿੱਲੀ ਦੇ ਨਾਲ, ਤੇ ਸਾਰੇ ਜਿਹੜੇ ਦਿੱਲੀ ਦਾ ਮੁੱਖ ਮੰਤਰੀ ਸਾਡੀਆਂ ਫਾਈਲਾਂ ਮੰਗਾਉਂਦਾ, ਉਹਨਾਂ ਫਾਈਲਾਂ ਦੇ ਉੱਤੇ ਡਿਕਟੇਸ਼ਨਾਂ ਦਿੰਦਾ, ਚੀਫ ਸੈਕਟਰੀ ਨੂੰ ਬੁਲਾਉਂਦਾ, DGP ਨੂੰ ਬੁਲਾਉਂਦਾ, ਤੇ ਸਾਰੀਆਂ ਨਿਯੁਕਤੀਆਂ ਸਾਡਾ ਬਾਬਾ ਫਰੀਦ ਯੂਨੀਵਰਸਿਟੀ ਦਾ VC ਲਾ ਦਿੱਲੀ ਤੋਂ ਲਿਆ ਕੇ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਸਾਡੀ ਚੇਅਰਮੈਨ ਉਹ ਲਾਤੀ ਸਤਵੀਰ ਬੇਦੀ, ਉਹ ਬਾਹਰੋਂ ਲਿਆ ਕੇ ਲਾਤੀ, ਨਾ ਉਹਨੂੰ ਪੰਜਾਬੀ ਲਿਖਣੀ ਆਉਂਦੀ ਨਾ ਪੜ੍ਹਨੀ ਆਉਂਦੀ ਹੈ। ਉਪਜੀਤ ਸਿੰਘ ਬਰਾੜ ਉਹਨਾਂ ਨੇ ਭਾਸ਼ਾ ਦੀ ਗੱਲ ਕੀਤੀ ਸੀ, ਤੇ ਭਾਸ਼ਾ ਹੁਣ ਸਾਡੀ ਰਹੂ ਕਿੱਥੋਂ ਜਿੱਥੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਇਹ ਜੀ ਲਾਤੀ ਅਸੀਂ। ਫਿਰ ਸਾਡਾ ਰੇਰਾ ਦਾ ਚੇਅਰਮੈਨ ਸੱਤਿਆ ਗੋਪਾਲ ਉਹ ਲਿਆ ਕੇ ਲਾਤਾ ਬਿਹਾਰ ਤੋਂ, UP ਕੇਡਰ ਦਾ IAS ਹੈ, ਦਿੱਲੀ ਕੇਡਰ ਦਾ IAS ਸੌਰੀ। ਸੋ ਇਹ ਸਾਰੀਆਂ ਜਿਹੜੀਆਂ ਨਿਯੁਕਤੀਆਂ ਹੋ ਰਹੀਆਂ ਬਾਹਰੋਂ ਹੋ ਰਹੀਆਂ, ਇਹਨਾਂ ਤੋਂ ਧਿਆਨ ਭਟਕਾਉਣ ਵਾਸਤੇ ਭਗਵੰਤ ਸਿੰਘ ਮਾਨ ਹਰ ਰੋਜ਼ ਜਿਹੜੇ ਇਸ ਤਰ੍ਹਾਂ ਦੀ ਕੋਈ ਨਾ ਕੋਈ ਗੱਲ ਛੇੜਦੇ ਰਹਿੰਦੇ ਆ। ਤੇ ਅਸਲੀ ਗੱਲ ਇਹ ਆ ਉਹਨਾਂ ਦੇ ਹੱਥ ਤਾਂ ਕੁਛ ਹੈ ਨਹੀਂ, ਦਫ਼ਤਰ ਬੈਠਦੇ ਨਹੀਂ। ਤੇ ਜਿਹੜਾ ਪੰਜਾਬ ਦਾ ਹੈਲੀਕਾਪਟਰ ਹੈ ਉਹਦੇ 'ਚ ਝੂਟੇ ਲੈਣ ਵਾਸਤੇ ਅਰਵਿੰਦ ਕੇਜਰੀਵਾਲ ਪੂਰੇ ਜਿਹੜਾ ਭਾਰਤ ਦਾ ਭਰਮਣ ਕਰਨ ਵਾਸਤੇ ਉਹਨਾਂ ਨੂੰ ਹਰ ਵਕਤ ਨਾਲ ਰੱਖਦੇ ਆ, ਕੰਮ ਧੰਦਾ ਹੋ ਕੋਈ ਨਹੀਂ ਰਿਹਾ। ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਐਕਸਾਈਜ਼ ਪਾਲਿਸੀ ਦੀ, ਉਹ ਤਾਂ ਅਸੀਂ ਕੱਢ ਕੇ ਗੱਲ ਸਾਹਮਣੇ ਰੱਖੀ ਹੈ ਤੁਹਾਡੇ ਸਾਰਿਆਂ ਦੇ। L1 ਤੁਸੀਂ ਖਤਮ ਕਰਤੇ, ਜਿਹੜੇ ਪੰਜਾਬ ਦੇ ਸਾਰੇ ਠੇਕੇਦਾਰ ਬਾਹਰ ਕਰਤੇ, ਸਾਰੇ ਦੇ ਸਾਰੇ ਠੇਕੇਦਾਰ ਦਿੱਲੀ ਤੋਂ ਲੈ ਤੇ ਉਹਨਾਂ ਤੋਂ ਇਕੱਠੇ ਤੁਸੀਂ ਪੈਸੇ ਫੜ ਲਏ, ਉਹਨਾਂ ਦਾ ਗੁਜਰਾਤ ਤੇ ਹਿਮਾਚਲ ਦੇ ਇਲੈਕਸ਼ਨ ਲੜੇ ਆ ਉਹਨਾਂ ਪੈਸੇ ਨਾਲ। ਤੇ ਉਹਦੀ ਹੁਣ ਸਾਰੀ ਜਿਹੜੀ ਜਾਂਚ ਹੋ ਕੇ ਗੱਲ ਸਾਹਮਣੇ ਆ ਗਈ, ਮਨੀਸ਼ ਸਿਸੋਦੀਆ ਸਾਹਮਣੇ ਆ ਗਿਆ, ਜਿਹੜੇ ਪੰਜਾਬ ਦੇ IAS ਉਹ ਜਿਨ੍ਹਾਂ ਨੇ ਪਾਲਿਸੀ ਬਣਾਈ ਸੀ ਉਹਨਾਂ ਤੋਂ ਹੁਣ ਭਗਵੰਤ ਮਾਨ ਕਹਿੰਦਾ ਤੁਸੀਂ ਆਪ ਭੁਗਤੋ, ਇਹ ਪਾਸੇ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਇਹ ਮਾਫੀਆ ਵੀ ਹੈ, ਇੱਕ ਤਰ੍ਹਾਂ ਦਾ ਗੱਲ ਸ਼ੁਰੂ ਤੋਂ ਸਿੱਖਾਂ ਵਾਲਾ ਸਾਹਿਬ ਜਿਹੜੇ ਤੁਸੀਂ ਇਸ਼ੂ ਖੜੇ ਕੀਤੇ ਨੇ ਕਿ ਬਾਹਰਲੇ ਬੰਦੇ ਆ ਰਹੇ ਨੇ, ਇਹ ਤਾਂ ਰਾਜ ਸਭਾ ਦੇ ਮੈਂਬਰਾਂ ਤੋਂ ਗੱਲ ਸ਼ੁਰੂ ਹੋ ਗਈ ਸੀ ਕਿ ਰਾਜ ਸਭਾ ਦੇ ਮੈਂਬਰ ਕੌਣ ਬਣਾਏ ਨੇ। तो इस करके उदों ते काम चल रहा है और ये तर्क का जवाब दे ना दे इन्हां दी मर्जी है। संजय कपूर जी। संजय कपूर जी जो तुसी हैगे जवाब दो, मैं आगे कहते हैं तू क्या है। मेरी आवाज आ रही है वालिया जी? आवाज आ रही है? हाँ जी बोलो जी बोलो। मैनू इस मौके ते एक शेर याद आ रहा है कि हर बात पे कहते हो कि तू क्या है, तू ही बता दे कि ये अंदाजे गुफ्तगू क्या है। अज लैंग्वेज की गल चापा करते पे सी कि भाषा की मर्यादा रखनी चाहिए है। अंग्रेजी की भी एक कहावत है, मुख्य जी के खिलाफ जो सुखबीर सिंह बादल जी ने कहा आप उन्होंने अप्रूव नहीं कर देंगे, बिल्कुल उस दे नाल साडी सहमति नहीं हैगी। पर मुख्यमंत्री जी ने जिस तरीके गवर्नर साहब के खिलाफ पब्लिक मीटिंग दे विच इहो जी लैंग्वेज का इस्तेमाल किया गया, उन्होंने भी इस चीज का ध्यान रखना चाहिए है कि इहो जी लैंग्वेज का इस्तेमाल उन्होंने नहीं करना चाहिए, क्योंकि जिहो जी लैंग्वेज का तुसीं इस्तेमाल करोगे तो खूह दे विच जिहो जी आवाज पाओ चाहते हैं ना कि वो सारे फॉर्मूले और सारे रेगुलेशन मुख्यमंत्री जी ते भी आम आदमी पार्टी ते भी अप्लाई करते हैं। और जे उम्मीद करते हैं कि ओपोजिशन के लोग दूजी पार्टियां के लोग उन्हां दा सत्कार करन या अपने लैंग्वेज की मर्यादा रखन, तो उन्होंने भी अपनी बात बहुत जरूरी है तां दूजे पॉइंट आउट कर सकते हैं। फिर तो वही होगी कि मैं तुहाडे ते उंगला चुकांगा, मेरे ते उंगला चुकोगे और पब्लिक तमाशा देखेगी। बिल्कुल बिल्कुल तुसी ठीक है। तो तुम ही बताओ अंदाजे गुफ्तगू क्या है। यही असी कह रहे हैं कि बहुत वधिया तरीके नाल अंदाजे बयान थोड़ा हो सकता है। खैर क्योंकि सनी आलूवाला जी लास्ट गेट चलता, मैं चाहना सारे कोल जावां, जे वक्त मिले मैं थोड़ा इशारा देखना सी, जे वक्त मिले सनी जी मैं थोड़े कोल आऊंगा। उपजीत सिंह बराड़ साहब। प्रोफैसर साहब बिल्कुल गल सही आ, सिक्खां वाला साहब ने भी बड़े मसले चुके हैं, पर एक गल मैं जरूर हुण कहनी चाहूँगा भी खाली मुख मंत्री की रिस्पैक्ट नहीं, खाली प्रधानमंत्री की रिस्पैक्ट नहीं, उन्होंने भी बाकियों की रिस्पैक्ट करनी बनती आ। क्योंकि बाकी भी जिहड़े विधान सभा जाने आ या लोक सभा जाने आ, वो भी लोगों के चुने हुए नुमाइंदे हुंदे आ, उन्होंने भी कई लाखां ने ते कई हज़ारां ने वोट पाई हुंदी आ। इस करके रिस्पैक्ट तां सारिआं दी होनी चाहिदी आ ते ये जिहड़ी रिस्पैक्ट आ ये बरकरार रख के जिहड़े देश के मुद्दे आ ते स्टेट के मुद्दे आ हल करने वाल बढ़ना चाहिए। पर इत्थे तां हुण रिस्पैक्ट तां जिहड़ी आपां गल्लां करदे ना, जदों आपां हुण पोलीटिकल सिस्टम ये हो चुक्या प्रोफैसर साहब, हरेक बंदा आपो अपनी पार्टी दे लई ਉਹਦੇ सच्चाई ਉਹਦੇ नैगेटिव पॉइंट्स रखण की जरूरत नहीं कर रहा, ਉਹਨੂੰ कोई ना कोई निजी मफाद ਹੁੰਦੇ ਆ। हरेक पार्टी के जिहड़े बंदे आ
ਉਹ ਹਰੇਕ ਆਪੋ ਆਪਣੀ ਪਾਰਟੀ ਨੂੰ ਹੀ ਉਹਦੀਆਂ ਨੈਗੇਟਿਵ ਗੱਲਾਂ ਨੂੰ ਵੀ ਪੋਜ਼ਿਟਿਵ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹ ਇਹ ਨਹੀਂ ਕਰਨਗੇ ਵੀ ਇਹ ਗੱਲ ਇੱਥੇ ਗਲਤ ਆ। ਜੇ ਇਹ ਲੋਕਤੰਤਰ ਪਾਰਟੀ ਦੇ ਵਿੱਚ ਨਹੀਂ ਹੈ ਤਾਂ ਬਾਹਰ ਕਿੱਥੇ ਰਹੂਗਾ। ਸੋ ਇਹ ਸਿਸਟਮ ਹੁਣ ਇਹ ਸਾਰਾ ਵੱਧਦਾ ਜਾ ਰਿਹਾ ਹੈ ਤੇ ਇਹਨਾਂ ਤੋਂ ਵੀ ਗਰੇਜ ਕਰਨ ਦੀ ਲੋੜ ਆ। ਇੱਥੇ ਤੱਕ ਕਿ ਜਿਹੜੇ ਆ ਕਈ ਵੱਡੇ ਵੱਡੇ ਬਰਾੜ ਸਾਹਿਬ ਮਾਫ ਕਰਨਾ, ਮੈਨੂੰ ਕੱਟਣਾ ਪੈ ਰਿਹਾ ਕਿਉਂਕਿ ਮੈਂ ਆਖਰੀ ਟਿੱਪਣੀ ਲੈਣੀ ਹੈ ਪ੍ਰਮੋਦ ਛਾਬੜਾ ਜੀ ਦੀ। ਪਰ ਇੱਕ ਗੱਲ ਬਿਲਕੁਲ ਤੁਹਾਡੀ ਠੀਕ ਹੈ, ਇਹ ਗੱਲ ਵੀ ਨਾਲ ਜੇ ਜੋੜ ਦਿੰਦੇ ਤੁਸੀਂ ਕਿ ਜਿਹੜੀ ਸੱਤਾ ਹੈ ਨਾ, ਜਿਹੜੀ ਪਾਵਰ ਹੈ, ਇਸ ਨੂੰ ਸੰਭਾਲਣ ਲਈ ਮਰਦ ਦਾ ਬੱਚਾ ਹੋਣਾ ਚਾਹੀਦਾ। ਬਹੁਤ ਵੱਡੀ ਚੀਜ਼ ਹੈ। ਸੱਤਾ ਬਹੁਤ ਬੁਰੀ ਤਰੀਕੇ ਨਾਲ ਸਿਰ ਚੜ ਕੇ ਬੋਲਦੀ ਹੈ। तो ਜਿਹੜੇ ਲੋਕ ਮੈਂ ਦੇਖਿਆ ਗੱਲ ਪੈਂਦੇ, ਥੱਪੜ ਮਾਰਦੇ, ਪੁਲਿਸ ਵਾਲਿਆਂ ਨੂੰ ਕੁੱਟਦੇ, ਉਹ ਗਾਲਾਂ ਕੱਢਦੇ, ਇਹ ਬਹੁਤ ਔਖਾ ਹੈ। ਤੇ ਹੁਣ ਭੱਜੇ ਫਿਰਦੇ ਨੇ ਜਿਹੜੇ ਉਹ ਹੀ ਕਹਿ ਕੇ ਬੁਲਾਉਂਦੇ ਹੁੰਦੇ ਸੀ, ਤੁਹਾਨੂੰ ਵੀ ਪਤਾ ਜਦੋਂ ਵਿਜੀਲੈਂਸ ਉਹਨਾਂ ਦੇ ਮਗਰ ਹੈ। ਤਾਂ ਬਹੁਤ ਸਾਰੀਆਂ ਗੱਲਾਂ ਖਿਆਲ ਰੱਖਣ ਦੀ ਲੋੜ ਹੈ ਸਿਆਸੀ ਪਾਰਟੀਆਂ ਨੂੰ ਵੀ। ਪਹਿਲਾਂ ਸਿਆਸੀ ਪਾਰਟੀਆਂ ਦੇ ਸਕੂਲ ਲੱਗਦੇ ਹੁੰਦੇ ਸੀ ਤੇ ਹੁਣ ਵੀ ਲਾਉਣੇ ਚਾਹੀਦੇ ਨੇ। ਦੱਸਣਾ ਚਾਹੀਦਾ ਹੈ ਕਿ ਭਾਈ ਆਪਾਂ ਕਿਵੇਂ ਬੋਲਣਾ, ਕੀ ਕਰਨਾ। ਡਿਬੇਟ ਤੇ ਵੀ ਮੈਂ ਸਮਝਦਾ ਜਦੋਂ ਆ ਕੇ ਅੱਜ ਸਵੇਰੇ ਮੈਂ ਦੇਖ ਰਿਹਾ ਸੀ ਦੋ ਜਿਹੜੇ ਪਾਰਟੀਆਂ ਦੇ ਨੁਮਾਇੰਦੇ, ਇੱਕ ਆਮ ਆਦਮੀ ਪਾਰਟੀ ਦਾ ਤੇ ਇੱਕ ਅਕਾਲੀਆਂ ਦਾ, ਜਿਸ ਤਰੀਕੇ ਨਾਲ ਆਪਸ ਚ ਲੜ ਰਹੇ ਸੀ। ਗੱਲ ਤੁਸੀਂ ਮਰਿਆਦ ਸ਼ਬਦਾਂ ਦੀ ਮਰਿਆਦਾ ਦੀ ਕਰ ਰਹੇ ਹੋ ਤੇ ਉਹਦੇ ਚ ਭੁੱਲ ਜਾਂਦੇ। ਪਰ ਕਰੀਏ ਕੀ, ਇੱਥੇ ਤਾਂ ਗੁਰੂ ਘਰਾਂ ਚ ਲੜਾਈ ਦੀਆਂ ਵੀਡੀਓ ਦੇਖ ਲਓ ਤੁਸੀਂ, ਕਿਵੇਂ ਇੱਕ ਦੂਜੇ ਦੇ ਦਸਤਾਰਾਂ ਲੈਂਦੀਆਂ ਨੇ। ਔਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਅਸੀਂ ਕਹੀਏ ਕਿਵੇਂ ਪੋਲੀਟੀਕਲ ਬੰਦਿਆਂ ਨੂੰ, ਤੇ ਅਸੀਂ ਕਿਹੜਾ ਘੱਟ ਕਰਦੇ, ਧਾਰਮਿਕ ਬੰਦੇ ਸਾਡੇ ਕਿਹੜਾ ਘੱਟ ਕਰਦੇ ਨੇ। ਸੋ ਸਿਸਟਮ ਦੇ ਵਿੱਚ ਕੁਝ ਗੜਬੜ ਹੋਈ ਪਈ ਹੈ। ਪ੍ਰਮੋਦ ਛਾਬੜਾ ਜੀ, ਲਾਸਟ ਟਿੱਪਣੀ ਤੁਹਾਡੀ। मैं ना इसे शेर ਨੂੰ पूरा करांगा। लास्ट टिप्पणी अंदर जी गालिब साहब की आखिरी दो लाइनों ਦੇ ਵਿੱਚ कि हर एक बात पे कहते हो कि तू क्या है, तुम ही बताओ ये अंदाजे गुफ्तगू क्या है, रगों में दौड़ते रहने के हम नहीं आदी, जो आंख से ही न टपके तो फिर लहू क्या है। ये उससे पहली लाइन का दूसरा उत्तर राजनीतिक लोगों की भाषा भी, अख दे टपकिया नहीं तो लहू ही केदा है, ठीक है ना। ਤੇ ਇਹਦੇ ਵਿੱਚ ਇਹ ਹੈ ਵੀ ਜਿਹੜੀ ਵੀ ਇਹ ਚੀਜ਼ ਚੱਲ ਰਹੀ ਹੈ, ਇਹ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਵਾਸਤੇ, ਦੇਸ਼ ਦੀ ਰਾਜਨੀਤੀ ਵਾਸਤੇ ਅੱਛੀ ਚੀਜ਼ ਨਹੀਂ ਹੈ। ਦੇਸ਼ ਦੇ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਸਰਕਾਰਾਂ ਚੁਣੀਆਂ ਨੇ, ਉਹਦੇ ਵਾਸਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਗਵਰਨਰ ਸਾਹਿਬ ਦੇ ਪ੍ਰਤੀ ਕੀ ਮਰਿਆਦਾ ਹੈ ਉਹਨਾਂ ਦੀ, ਉਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ। ਬਾਕੀ ਲੀਡਰਾਂ ਦੇ ਵਾਸਤੇ ਵੀ ਉਹਨਾਂ ਨੂੰ ਉਹ ਵੀ ਕੋਈ ਘੱਟ ਨਹੀਂ ਕਰਦੇ, ਉਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਤੇ ਬਾਕੀ ਲੀਡਰਾਂ ਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ। ਨਹੀਂ ਤਾਂ ਪੂਰੀ ਜਨਤਾ ਜਿਹੜੀ ਹੈ ਨਾ ਵਾਲੀਆ ਸਾਹਿਬ, ਉਹ ਤਾਂ ਧਿਆਨ ਰੱਖ ਹੀ ਰਹੀ ਹੈ, ਉਹਦਾ ਪੂਰਾ ਦੇਖ ਰਹੀ ਹੈ ਕਿ ਕਿਸ ਮਾਨ ਸਨਮਾਨ ਦੇ ਨਾਲ ਅਸੀਂ ਰਿਵਾਇਤੀ ਪਾਰਟੀਆਂ ਨੂੰ ਸਾਈਡ ਤੇ ਕਰਕੇ ਇਹਨਾਂ ਨੂੰ ਚੁਣਿਆ ਸੀ, ਔਰ ਇਹ ਇਹਨਾਂ ਦੇ ਕੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਔਰ ਜੋ ਲੋਕ ਹਾਰਨ ਤੋਂ ਬਾਅਦ ਵੀ ਜਾਂ ਪਿੱਛੇ ਹਟਣ ਤੋਂ ਬਾਅਦ ਵੀ ਭਾਸ਼ਾ ਦੀ ਮਰਿਆਦਾ ਦੀ ਨਹੀਂ ਮਰਿਆਦਾ ਰੱਖ ਰਹੇ ਭਾਸ਼ਾ ਦੀ, ਉਹਨਾਂ ਦਾ ਕੀ ਹਾਲ ਹੈ, ਔਰ ਸਾਰੀ ਚੀਜ਼ਾਂ ਜਨਤਾ ਦੇਖ ਰਹੀ ਹੈ। ਆਉਣ ਵਾਲੇ ਜੀ ਪ੍ਰਮੋਦ ਛਾਬੜਾ ਜੀ, ਜਿਹੜੀ ਗੱਲ ਨਾਲ ਤੁਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕੀਤਾ, ਮੈਂ ਬਸ ਉਹੀ ਗੱਲ ਕਹਿਣੀ ਹੈ ਕਿ ਤੁਸੀਂ ਸਾਰੇ ਲੋਕ, ਪ੍ਰਮੋਦ ਛਾਬੜਾ ਜੀ ਨੇ ਕਿਹਾ ਨਾ, ਫਿਰ ਲੋਕ ਤਾਂ ਨਿਗਾਹ ਰੱਖ ਰਹੇ ਨੇ। ਬਿਲਕੁਲ ਸਹੀ ਗੱਲ, ਕਿਉਂਕਿ ਵਕਤ ਖਤਮ ਹੋ ਚੁੱਕਿਆ ਹੈ। ਮੈਂ ਤਾਂ ਸਿਰਫ ਇਹ ਕਹਿਣਾ, ਤੁਸੀਂ ਨਿਗਾਹ ਰੱਖਣੀ ਹੈ। ਤੁਸੀਂ ਲਾ ਲਓ ਡਾਇਰੀਆਂ, ਤੁਸੀਂ ਦੇਖੋ, ਤੁਸੀਂ ਜਦੋਂ ਸਵਾਦ ਲਓਗੇ, ਜੇ ਲੋਕ ਸਵਾਦ ਲੈਣਗੇ ਫਿਰ ਪੋਲੀਟੀਕਲ ਲੀਡਰ ਇਸ ਤਰ੍ਹਾਂ ਹੀ ਕਰਨਗੇ। ਜੇ ਤੁਸੀਂ ਸਹੀ ਬੋਲਣ ਵਾਲੇ, ਜਿਹੜਾ ਹਉਮੈ ਚ, ਜਿਹੜਾ ਹੰਕਾਰ ਚ ਨਹੀਂ ਬੋਲਦਾ, ਉਹੀ ਜਿਹੇ ਬੰਦਿਆਂ ਨੂੰ ਚੁਣੋਗੇ ਤਾਂ ਤੁਸੀਂ ਵੀ ਠੀਕ ਰਹੋਗੇ, ਉਹ ਵੀ ਠੀਕ ਰਹਿਣਗੇ। ਖੈਰ, ਆਪਾਂ ਧੰਨਵਾਦ ਕਰੀਏ ਜਿਹੜੇ ਅੱਜ ਮਹਿਮਾਨ ਸਾਡੇ ਨਾਲ ਜੁੜੇ ਸੀ। ਪ੍ਰਮੋਦ ਛਾਬੜਾ ਜੀ, ਐਡਵੋਕੇਟ ਉਪਜੀਤ ਸਿੰਘ ਬਰਾੜ ਸਾਹਿਬ, ਸਨੀ ਆਲੂਵਾਲੀਆ ਜੀ, ਸੰਜੇ ਕਪੂਰ ਜੀ ਔਰ ਜਸਵਿੰਦਰ ਸਿੰਘ ਸੀਖਾਵਾਲਾ ਸਾਹਿਬ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ, ਬਹੁਤ ਅਹਿਮ ਗੱਲਾਂ ਕੀਤੀਆਂ। ਔਰ ਪਿਆਰੇ ਦਰਸ਼ਕੋ, ਤੁਹਾਡਾ ਵੀ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ, ਤੇ ਕੱਲ ਸ਼ਾਮ ਨੂੰ 5:30 ਵਜੇ ਚਰਚਾ ਪ੍ਰੋਗਰਾਮ 'ਚ ਮਿਲਾਂਗੇ। ਹੁਣ ਜਿਹੜਾ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਇਸ ਵਕਤ, ਇਹਨੂੰ ਰਾਤ ਨੂੰ 9:30 ਵੀ ਤੁਸੀਂ ਦੇਖ ਸਕਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। चर्चा